ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਜਸਵੀਰ ਸਿੰਘ ਭੱਟੀ, ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 13 ਮਈ ਤੇ ਸਮਾਂ ਸ਼ਾਮ ਦੇ 6:30 ਦਾ। ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਨਾਲ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ। ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਤੁਹਾਡੀਆਂ ਵੀਕਐਂਡ ਬਹੁਤ ਖੁਸ਼ੀਆਂ ਭਰਾ ਰਹੇ ਅਤੇ ਤੁਸੀਂ ਖੁਸ਼ ਰਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸ਼ਿਆਟਲ ਤੋਂ ਸਰਦਾਰ ਬਲਵੀਰ ਸਿੰਘ ਉਸਮਾਨਪੁਰ ਅਤੇ ਬੇਕਰਸਫੀਲਡ ਤੋਂ ਭਰਪੂਰ ਸਿੰਘ ਅਤੇ ਹਰਜਾਪ ਸਿੰਘ ਹੋਰਾਂ ਨੇ। ਇਸ ਦੇ ਨਾਲ ਹੀ ਬਾਈ ਜੀ ਸ਼ਿਆਰਾ ਸਿੰਘ ਹੋਰੀ, ਓਮਨੀ ਫਿਲਮਸ ਵਾਲੇ ਵੀ ਹਮੇਸ਼ਾ ਹੀ ਸਾਡਾ ਸਹਿਯੋਗ ਕਰਦੇ ਰਹਿੰਦੇ ਨੇ, ਅਤੇ ਮਹਿਤਾਬ ਸਿੰਘ ਕਾਲੂ ਹੋਰੀ ਵਾਸ਼ਿੰਗਟਨ DC ਤੋਂ, ਅਤੇ ਲਖਵਿੰਦਰ ਸਿੰਘ ਹੋਰੀ ਅਤੇ ਬਾਈ ਜੀ ਗੁਰਮੀਤ ਬੋਟਰ ਜੀ ਹੋਰੀ ਨਿਊਯਾਰਕ ਤੋਂ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਯੂਬਾ ਸਿਟੀ ਤੋਂ ਸਾਰੇ ਸਾਡੇ ਲਿਸਨਰਸ ਦਾ ਮੈਂ ਬਹੁਤ ਧੰਨਵਾਦੀ ਹਾਂ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਕੁਛ ਵਪਾਰਕ ਸੁਨੇਹੇ ਲੈ ਲਈਏ ਅਤੇ ਫਿਰ ਸਰਦਾਰ ਜਸਵੀਰ ਸਿੰਘ ਭੱਟੀ ਹੋਰਾਂ ਨਾਲ ਅੱਗੇ ਚੱਲਾਂਗੇ। ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care। ਸੋ ਸਰਦਾਰ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਅਪਡੇਟ ਲੈਣਾ ਚਾਹਾਂਗਾ ਕਿ ਸਿਰਸਾ ਮੁਖੀ ਦੀ ਅੱਜ ਜ਼ਮਾਨਤ ਅਰਜੀ ਲੱਗੀ ਹੋਈ ਸੀ, ਕੀ ਅਪਡੇਟ ਹੈ ਜੀ ਬੇਅਦਬੀ ਮਾਮਲੇ? ਦੇਖੋ ਜੀ, ਰਾਮ ਰਹੀਮ ਨੇ ਬਰਗਾੜੀ ਕੇਸ ਦੇ ਵਿੱਚ 2 FIR 117 ਤੇ 128 ਨੰਬਰ ਜਿੱਥੇ ਬੇਲ ਲਈ ਸੀ ਆਪਣੀ ਜੀ, ਕਿ ਉਸ ਕਿੰਨਾ ਕੇਸਾਂ ਵਿੱਚ ਜਿਹੜੇ ਬਾਕੀ ਬੰਦੇ ਸਾਰੇ ਬੇਲ ਤੇ ਬਾਹਰ ਨੇ, ਨੈਚੁਰਲੀ ਇਸਨੂੰ ਬੇਲ ਅਧਿਆਪ ਤੇ ਮਿਲ ਜਾਣੀ ਸੀਗੀ। ਲੇਕਿਨ ਇਹ ਬੇਲ ਮਿਲਦਾ ਉਹਨੂੰ ਕਾਦੀ ਫਾਇਦਾ ਹੁੰਦਾ ਜੇ ਜੇਲ੍ਹ ਦੇ ਵਿੱਚ ਰਿਹਾ ਹੁੰਦਾ। ਜੇਲ੍ਹ ਦੇ ਵਿੱਚ ਰਿਹਾ ਹੋਣ ਦੇ ਕੋਈ ਚਾਂਸ ਨਹੀਂ। ਹਾਂ, ਇਹ ਜ਼ਰੂਰ ਆ, ਕੱਲ ਨੂੰ ਹਰਿਆਣਾ ਸਰਕਾਰ ਫਿਰ ਅੱਗੇ ਨਾਲ ਮੈਨੂੰ ਪੈਰੋਲ ਦਿੰਦੀ ਆ ਜੀ, ਫਰਲੋ ਦਿੰਦੀ ਆ, ਫਿਰ ਇਹ ਕੇਸ ਵਿੱਚ ਅੜਚਣ ਨਹੀਂ ਪਊਗਾ ਜੀ। ਇਹ ਬੇਲ ਮਿਲ ਗਈ ਤੇ ਫਿਰ ਉੱਥੋਂ ਜੋ ਸਰਕਾਰ ਨੇ ਕਰਤਾ ਤੇ ਇਹ ਬੇਲ ਤੇ ਬਾਹਰ ਹੋ ਜੂਗਾ, ਉੱਥੋਂ ਮਰਜ਼ੀ ਦੇ ਮਰਜ਼ੀ 28 ਦਿਨ ਦੀ ਜਾਂ 20 ਦਿਨ ਦੀ ਆਪਣੀ ਫਰਲੋ ਲੈ ਕੇ ਜਾ ਸਕਦਾ। ਹੋਰ ਇਹਦੀ ਬੇਲ ਮਿਲਣਾ ਬਹੁਤਾ ਉਹਨੂੰ ਬੈਨੀਫਿਟ ਨਹੀਂ ਹੋਣਾ। ਇਹ ਹੁੰਦਾ ਵੀ ਜੇ ਬੇਲ ਜੋ ਮਿਲ ਜਾਂਦੀ ਹੈ ਫਿਰ ਕੇਸ ਵੀ ਕਮਜ਼ੋਰ ਹੋ ਜਾਂਦਾ ਤੇ ਬਾਕੀ ਬੰਦੇ ਬਾਹਰ ਆ, ਉਹਨਾਂ ਦੇ ਇਤਿਹਾਸ ਤੇ ਇਹਨੂੰ ਬੇਲ ਮਿਲ ਗਈ ਆ, ਕੋਈ ਵੱਡੀ ਗੱਲ ਨਹੀਂ। ਜੇ ਰਹਿਣਾ ਜੇਲ੍ਹ ਚ ਪਊਗਾ ਵੀ 2 ਕੇਸਾਂ ਤੇ ਅੱਗੇ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਅੱਛਾ ਭੱਟੀ ਸਾਹਿਬ, ਕੀ ਤੁਹਾਨੂੰ ਲੱਗਦਾ ਜਿਹੜੀ ਇਹ ਜ਼ਮਾਨਤ ਮਿਲੀ ਹੈ, ਜਿਵੇਂ ਤੁਸੀਂ ਆਖਿਆ ਕਿ ਬਾਕੀ ਬਾਹਰ ਬੈਠੇ ਆ ਤੇ ਪੁਲਿਸ ਨੇ ਕੀ ਗੱਲ ਕੋਈ ਨਰਮੀ ਵਰਤੀ ਜਾਂ ਇਹੋ ਜਿਹਾ ਕੀ ਪਾਣਾ ਵਾਪਰਿਆ ਕਿ ਜਿੱਥੇ ਤੱਕ ਕਿਹਾ ਜਾਂਦਾ ਸੀਗਾ ਕਿ ਇਹਦੀ ਪੁੱਛ ਪੜਤਾਲ ਕਰਨੀ ਹੈ, ਸਾਰਾ ਕੁਛ ਕਰਨਾ ਸਾਡੀ, ਇਹਦੀ ਅਸੀਂ ਕਸਟੋਡੀਅਨ ਇੰਟਰੋਗੇਸ਼ਨ ਇਹਦੀ ਕਰਨੀ ਹੈ, ਬੜਾ ਕੁਛ ਕੀਤਾ ਗਿਆ ਸੀ, ਇਹਦੀ ਜ਼ਮਾਨਤ ਮਿਲਣ ਦੇ ਨਾਲ ਕੇਸ ਦੇ ਉੱਤੇ ਕੀ ਅਸਰ ਪੈ ਸਕਦਾ? ਇਹਦੀ 2-3 ਗੱਲਾਂ ਆਉਂਦੀਆਂ ਜੀ। ਪਹਿਲੀ ਗੱਲ ਤੇ ਇਹ ਆਉਂਦੀ ਆ ਵੀ ਜਿਸ ਵੀ ਕੇਸ ਦੇ ਵਿੱਚ 3 ਸਾਲ ਦੀ ਸਜ਼ਾ ਹੁੰਦੀ ਆ, ਉਹਦੇ ਵਿੱਚ ਜੇ ਬੰਦੇ ਨੇ ਕੇਸ ਕੀਤਾ ਤੇ ਉਹਦੀ ਡੈਥ ਹੋ ਜਾਂਦੀ ਆ, ਉਹ ਕੇਸ ਅੱਗੇ ਨਹੀਂ ਚੱਲੇ ਜੀ। ਜਿਹਦੀ 3 ਸਾਲ ਤੋਂ ਵੱਧ ਸਜ਼ਾ ਹੁੰਦੀ ਆ, ਉਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਜੇ ਕਿਤੇ ਬੰਦੇ ਦੀ ਡੈਥ ਹੋਈ ਤੇ ਉਹਦੇ ਪਰਿਵਾਰ ਵਾਲੇ ਜਾਂ ਕੋਈ ਹੋਰ ਵਾਰਸ ਕੇਸ ਵੀ ਚਲਾ ਸਕਦੇ ਜੀ। ਜਿਸ ਕੇਸ ਦੀ 10 ਸਾਲ ਤੋਂ ਸਜ਼ਾ ਥੱਲੇ ਹੁੰਦੀ ਆ, ਉਸ ਕੇਸ ਦੇ ਵਿੱਚ ਜਿਹੜੀ 60 ਦਿਨਾਂ ਚਲਾਨ ਪੇਸ਼ ਕਰਨਾ ਹੁੰਦਾ ਜੀ।
20 ਸਾਲ ਤੋਂ ਜਿਹੜੀ 10 ਸਾਲ ਤੋਂ ਉੱਪਰ ਸਜ਼ਾ ਹੁੰਦੀ ਹੈ ਉਹਦਾ 90 ਦਿਨ ਚਲਾਨ ਪੇਸ਼ ਕਰਨਾ ਹੁੰਦਾ। ਇਹਦੇ ਵਿੱਚ ਹਾਲ ਦੀ ਘੜੀ ਸਾਨੂੰ ਇੱਕ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਜੀ। ਅਜੇ ਤੱਕ 295 ਇੱਕ ਬਾਰੇ ਪੂਰੀ ਸਪਸ਼ਟ ਨਹੀਂ, ਸਾਡੀ ਸਰਕਾਰ ਸਪਸ਼ਟ ਨਹੀਂ, ਨਿਆਂਪਾਲਿਕਾ ਸਪਸ਼ਟ ਨਹੀਂ। ਵਿਦੇਸ਼ਾਂ ਵਿੱਚ ਜਦੋਂ ਅਸੀਂ ਕਹਿ ਦਿੰਦੇ ਹਾਂ ਉੱਥੇ ਜੀ ਕਿ ਆਹ ਦੇਖੋ ਜੀ ਇੱਥੇ ਨਸਲੀ ਅਟੈਕ ਹੋ ਗਿਆ, ਇੱਥੇ 295 ਲਾ ਦਿਓ ਜੀ, ਇਹਨੇ ਦੇਖੋ ਜੀ ਧਰਮ ਤੇ ਅਟੈਕ ਕਰਤਾ, ਤਾਂ ਮੁੜ ਕੇ ਅਸੀਂ ਸਾਫ਼ ਨਹੀਂ ਕਰ ਸਕਦੇ ਜਾ ਕੇ। ਉਹ ਕਈ ਵਾਰ ਸ਼ਿਕਾਇਤਾਂ ਹੁੰਦੀਆਂ ਕਿ ਤੁਸੀਂ ਨਸਲੀ ਅਟੈਕ ਨਾ ਪਾਓ, ਇਹਦੇ ਤੇ ਉਹਦਾ ਅਟੈਕ ਉਹਨੂੰ ਪੈਸੇ ਖੋਹਣ ਵਾਸਤੇ ਕੀਤਾ, ਉਹਨੂੰ ਮਾਰਨ ਵਾਸਤੇ ਕੀਤਾ, ਫਿਰ ਤਾਂ ਗੱਲ ਬਣ ਜਾਂਦੀ ਹੈ। ਫਿਰ ਤਾਂ ਗੱਲ ਬਣ ਜਾਂਦੀ ਹੈ, ਜੋ ਨਸਲੀ ਗੱਲ ਆ ਜਾਂਦੀ ਹੈ ਫਿਰ ਔਖਾ। ਫਿਰ ਉਹਨੇ ਤੁਸੀਂ ਜਗ੍ਹਾ ਪ੍ਰੂਵ ਨਹੀਂ ਕਰ ਸਕਦੇ, ਪਰ ਉਹਨੂੰ ਉਹ ਬੰਦੇ ਬਰੀ ਹੋ ਜਾਂਦੇ। ਇਸੇ ਤਰ੍ਹਾਂ ਇਹਦਾ ਵੀ ਕੁਛ ਜਿਹੜੀਆਂ ਧਾਰਾਵਾਂ ਜਿਹੜੀਆਂ ਹੈਗੀਆਂ ਸੀ ਉਹਦੇ ਵਿੱਚ ਬੇਲੇਬਲ ਹੈਗੀਆਂ ਸੀ, ਥੋੜੀ ਸਮੇਂ 4 ਮਹੀਨੇ ਬਾਅਦ 6 ਮਹੀਨੇ ਬਾਅਦ ਟਾਈਮ ਹੁੰਦਾ ਇਹਨਾਂ ਦਾ ਜੀ। ਦੇਖੋ ਨਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੋੜ ਲੈਂਦੇ ਆਪਾਂ ਇਹਨੂੰ। ਬਿਕਰਮ ਸਿੰਘ ਮਜੀਠੀਆ ਇਸੇ ਗੱਲ ਨੂੰ ਵੇਟ ਕਰ ਰਿਹਾ ਕਿ NDPC ਐਕਟ ਦੇ ਵਿੱਚ ਤੁਸੀਂ ਜਿਹੜੀ ਜ਼ਬਾਨ ਲਾਓਗੇ 120 ਦਿਨ ਦਾ ਲਾਓਗੇ ਜੀ। ਜਦੋਂ 20 ਦਿਨ 120 ਦਿਨ ਮਾ ਜਾਓਗੇ ਸੈਸ਼ਨ ਕੋਰਟ ਰੱਦ ਕਰਨੀ ਹੁਣ ਹਾਈ ਕੋਰਟ ਜਾਊਗਾ ਲੈ ਕੇ। ਹਾਈ ਕੋਰਟ ਛੱਡ ਨਹੀਂ ਦਿੰਦੇ ਇਹਦੇ ਵਿੱਚ। ਇਸ ਕਰਕੇ ਜਿਹੜੀ ਧਾਰਾਵਾਂ ਹੁੰਦੀਆਂ ਉਹਦੇ ਸਮੇਂ ਦੇ ਉੱਤੇ ਆਪਾਂ ਨੂੰ ਬੇਲ ਮਿਲ ਜਾਂਦੀ ਬੰਦੇ ਨੂੰ ਜੀ। ਚਲੋ ਇਹ ਤਾਂ ਹੁਣ ਬੇਲਾਂ ਤਾਂ ਮਿਲਦੀਆਂ ਹੀ ਆ, ਜਿਵੇਂ ਤੁਸੀਂ ਕਿਹਾ ਕਿ ਅੱਗੇ ਅੱਗੇ ਦੇਖੋ ਕੀ ਹੈ। ਪਰ ਆਪਾਂ ਗੱਲ ਕਰੀਏ ਤਾਂ ਹੁਣ ਵਕੀਲਾਂ ਦੀ ਗੱਲ ਵੀ ਚੱਲੀ ਤੇ ਉਹ ਪੰਚਾਇਤ ਮੰਤਰੀ ਜਿਹੜੇ ਨੇ ਉਹ ਲੋਕਾਂ ਤੋਂ ਜ਼ਮੀਨਾਂ ਛਡਾਉਂਦੇ ਫਿਰਦੇ ਨੇ ਤੇ ਕਹਿੰਦੇ ਮਗਰ ਉਹਨਾਂ ਦੇ ਕੋਈ ਸਤਵੀਰ ਵਾਲੀਆ ਵਕੀਲ ਪੈ ਗਿਆ, ਕਹਿੰਦੇ ਬ੍ਰੇਕਾਂ ਹੀ ਲਾਤੀਆਂ। ਐਕਚੁਅਲੀ ਜਿਹੜਾ ਸਤਵੀਰ ਸਿੰਘ ਵਾਲੀਆ ਵਕੀਲ ਹੈ ਜੀ, ਉਹਦਾ ਕਹਿਣਾ ਇਹ ਆ ਵੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਬੜੀ ਪ੍ਰਾਈਮ ਹੈਗੀ ਹੈ ਜ਼ਮੀਨ ਹੈਗੀ ਆ ਜੀ ਅਲਫਾ ਸਿਟੀ ਦੇ ਨਾਲ, ਉਹ ਬੇਸਿਕਲੀ ਕਿਸੇ ਪਿੰਡ ਚ ਪੈਂਦੀ ਹੈ। ਅੱਛਾ ਜੀ। ਉੱਥੇ ਘੱਟੋ ਘੱਟ 1 ਏਕੜ ਦਾ 3.25 ਕਰੋੜ ਮੁੱਲ ਆ। ਅੱਛਾ ਬੱਲੇ। ਤੇ 3.25 ਕਰੋੜ ਮੁੱਲ ਆ ਤੇ ਤੁਸੀਂ ਉਹ ਜ਼ਮੀਨ ਜਿਹੜੀ ਆ ਸਰਕਾਰ ਨੇ 43 ਲੱਖ ਰੁਪਇਆ ਕਿਸੇ ਜਿਹੜੀ ਸੀ ਰੀਅਲ estate ਨੂੰ ਵੇਚ। ਅੱਛਾ ਜੀ। ਕਿਸੇ ਪ੍ਰਾਪਰਟੀ ਡੀਲਰ ਨੂੰ ਲੱਗਦਾ ਕਿਸੇ ਨੇ ਵੇਚੀ, ਇਹਨਾਂ ਨੇ ਵੇਚਤੀ। ਹਾਂਜੀ ਹਾਂਜੀ ਬਿਲਡਰ ਨੂੰ ਵੇਚੀ। ਬਸ ਕਹਿਣ ਤੋਂ ਭਾਵ ਸਿਰਫ ਇਹ ਆ ਵੀ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ 2016 ਦਾ ਚੱਲ ਰਿਹਾ ਸੀ। ਜੇ 2016 ਦਾ ਵੀ ਲੈ ਲਈਏ ਤੇ ਫਿਰ ਵੀ ਉੱਥੇ ਏਕੜ ਦੀ 43 ਲੱਖ ਦੀ ਕੀਮਤ ਨਹੀਂ ਹੈ ਜੀ। 2016 ਦਾ ਪ੍ਰੋਸੈਸ ਚੱਲਦਾ ਅੱਗੇ 2022 ਚ ਮੈਚਿਓਰ ਹੋਇਆ ਤੇ ਜੇ ਹੁਣ ਸਰਕਾਰ ਚਾਹੁੰਦੀ ਤੇ ਰੋਕ ਸਕਦੀ, ਭਾਈ ਜ਼ਮੀਨ ਦੀ ਕੀਮਤ ਇੰਨੀ ਹੈ ਮਾਰਕੀਟ ਤੈਨੂੰ ਅਸੀਂ 43 ਲੱਖ ਚ ਕਿਉਂ ਦਈਏ। ਹੁਣ ਜੇ ਉਹ ਬਿਲਡਰ ਨੂੰ 43 ਲੱਖ ਚ ਦਿੱਤੀ, ਅਸੀਂ ਨਹੀਂ ਕਹਿ ਰਹੇ, ਸਤਬੀਰ ਸਿੰਘ ਵਾਲੀਆ ਕਹਿ ਰਿਹਾ। ਅੱਛਾ ਜੀ। ਉਹ ਕਹਿੰਦਾ ਇਹ ਪ੍ਰਾਈਮ ਲੋਕੇਸ਼ਨ ਜਿਹੜੀ ਜ਼ਮੀਨ ਆ ਇਹਨਾਂ ਦੀ ਬਿੱਲੀ ਥੈਲਿਓ ਬਾਹਰ ਆ ਗਈ ਆ, ਇਹਨਾਂ ਨੂੰ ਹੋਰ ਵੀ ਬੜੇ ਘਪਲੇ ਕੀਤੇ, ਅਸੀਂ ਸਖਤ ਨੂੰ ਬਾਹਰ ਨੰਗੇ ਕਰਕੇ ਵਿਖਾਵਾਂਗੇ ਜੀ। ਜੇ ਇਹ ਗੱਲ ਸਹੀ ਹੈ ਤੇ ਮਾੜੀ ਗੱਲ ਹੈ। ਦੂਜੇ ਪਾਸੇ ਤੁਸੀਂ ਲੈ ਲਓ ਜਿਹੜੇ ਸਾਡੇ ਮਾਨਯੋਗ ਮੰਤਰੀ ਸਾਹਿਬ, ਉਹ ਕਹਿੰਦੇ ਜੀ ਅਸੀਂ 1008 ਏਕੜ ਤੇ ਜ਼ਮੀਨ ਤੇ ਕਬਜ਼ਾ ਲੈ ਲਿਆ। ਅੱਛਾ ਜੀ। ਤੇ ਆਉਣ ਵਾਲੇ ਦਿਨਾਂ ਚ ਅਸੀਂ ਹਰ ਰੋਜ਼ ਘੱਟੋ ਘੱਟ 200 ਏਕੜ ਜ਼ਮੀਨ ਦਾ ਕਬਜ਼ਾ ਲਵਾਂਗੇ। ਇੱਕ ਰਾਜੇਵਾਲ ਸਾਹਿਬ ਤੋਂ ਉਦੋਂ ਵੀ ਚਲੇ ਗਏ। ਅੱਛਾ ਜੀ। ਰਾਜੇਵਾਲ ਸਾਹਿਬ ਇਹ ਕਹਿੰਦੇ ਆ ਵੀ ਠੀਕ ਹੈ ਤੁਸੀਂ ਕਬਜ਼ੇ ਲੈ ਰਹੇ ਹੋ, ਚੰਗੀ ਗੱਲ, ਜ਼ਮੀਨ ਛਡਾਉਣੀ ਚਾਹੀਦੀ, ਅਸੀਂ ਹੱਥ ਨਹੀਂ ਵੀ ਜ਼ਮੀਨ ਤੇ ਕਬਜ਼ਾ ਕਰੇ ਜੀ, ਲੇਕਿਨ ਤੁਸੀਂ ਗਰੀਬ ਕਿਸਾਨਾਂ ਨੂੰ ਪਰੇਸ਼ਾਨ ਕਿਉਂ ਕਰ ਰਹੇ ਹੋ। ਜੇ ਛਡਾਉਣੀ ਹੈ ਤੇ ਪਹਿਲਾਂ ਜਿਹੜੀ ਚੰਡੀਗੜ੍ਹ, ਨਿਊ ਚੰਡੀਗੜ੍ਹ, ਮੁਹਾਲੀ, ਜੀਰਕਪੁਰ, ਨਵਾਂਗਾਉਂ, ਇਹ ਸਰਕਾਰੀ ਜ਼ਮੀਨਾਂ ਤੇ ਰਾਜਸਭਾ ਦੇ ਵੱਡੇ ਅਧਿਕਾਰੀਆਂ ਨੇ ਕਬਜ਼ੇ ਕੀਤੇ, ਮਹਿਲ ਉਸਾਰ ਰੱਖੇ ਜੀ, ਮਹਿਲ ਉਸਾਰ ਰੱਖੇ। ਹੁਣ ਹਾਰ ਕੇ ਜਿਹੜੀ ਆ ਜੇ ਦਮੀ ਵਿਵਾਦ ਦੇ ਵਿੱਚ ਜਿਹੜੇ ਪੰਚਾਇਤ ਮੰਤਰੀ ਨੂੰ ਕਹਿਣਾ ਹੈ ਕਿ ਜੀ ਕਮੇਟੀ ਬਣਾ ਕੇ ਜਿੱਥੇ ਕਲੋਨੀਆਂ ਵਸਦੀਆਂ ਉੱਥੇ ਉਹਨਾਂ ਕੋਲ ਅਸੀਂ ਪੈਸੇ ਲੈ ਲਾਂਗੇ, ਕਲੋਨੀ ਨਹੀਂ ਢਾਵਾਂਗੇ। ਉਹ ਚ ਕਾਰਨ ਕੀ ਹੈ ਜੀ? 5 ਕਲੋਨੀਆਂ ਤੇ ਇਹਨਾਂ ਦੀ ਇੱਕ ਵਿਧਾਇਕ ਦੀ ਉੱਤੇ ਆਉਂਦੀਆਂ ਜਿਹੜੀਆਂ ਗੈਰ ਕਾਨੂੰਨੀ ਬਣੀਆਂ, ਕੀ ਕਰਨਗੇ? ਇਸ ਕਰਕੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਵੀ ਜਿਹੜੀ ਮਰਬੇਬੰਦੀ ਜਦੋਂ ਹੋਈ ਸੀ ਹਰ ਕਿਸਾਨ ਦੀ ਜ਼ਮੀਨ ਤੇ ਤੋਂ ਕੱਟ ਲਾਇਆ ਗਿਆ ਜੀ। ਕੱਟ ਲਾ ਕੇ ਜ਼ਮੀਨ ਉਹਨਾਂ ਬੋਲਦੀ ਹੈ, ਲੇਕਿਨ ਉਹ ਜ਼ਮੀਨ ਜਿਹੜੀ ਸੀ ਉਹਨੂੰ ਬੱਚਤ ਕਿਹਾ ਜਾਂਦਾ ਹੈ। ਅੱਛਾ ਜੀ। ਆਪਾਂ ਅੱਗੇ ਬੱਚਤ ਦੀ ਗੱਲ ਕੀਤੀ ਸੀ। ਇਹਨਾਂ ਨੇ ਉਹ ਬੱਚਤ ਨੂੰ ਸ਼ਾਮਲ ਕਹਿਤਾ, ਨਾ ਸੁਪਰੀਮ ਕੋਰਟ ਨੇ ਜਦੋਂ ਉਹ ਜ਼ਮੀਨ ਬਕਾਇਦਾ ਤੌਰ ਤੇ ਪੰਚਾਇਤੀ ਐਲਾਨ ਦਿੱਤੀ, ਨਾ ਕਿਸਾਨਾਂ ਨੇ ਤੇ ਨਾ ਪੰਜਾਬ ਸਰਕਾਰ। ਬਿਲਕੁਲ ਇਹਦੇ ਵਿੱਚ ਆਪਾਂ ਨੂੰ ਸਾਡੇ ਲਿਸਨਰ ਨੂੰ ਵੀ ਸਮਝਾਉਣਾ ਪਊਗਾ, ਬੱਚਤ, ਸ਼ਾਮਲਾਟ ਤੇ ਜੁਮਲਾ ਮਾਲਕਨ, ਇਹ 3 ਜ਼ਮੀਨਾਂ ਹੁੰਦੀਆਂ ਨੇ। ਬੱਚਤ ਜਿੱਥੇ ਮਰਬੇਬੰਦੀ ਹੋ ਜਾਂਦੀ ਹੈ ਜੀ,
ਪੱਟੀ ਜੀ, ਸਾਹਿਬ ਜੀ, ਜੀ। ਜਦੋਂ ਹਾਂਜੀ, ਮਰਬੇਬੰਦੀ ਹੋ ਜਾਂਦੀ ਹੈ ਤੇ ਕਈ ਵਾਰੀ ਆਪਾਂ ਜ਼ਮੀਨਾਂ ਨੂੰ, ਕਿਉਂਕਿ ਜਿਵੇਂ ਤੁਹਾਡਾ ਇੱਕ ਕਿੱਲਾ ਪਿੰਡ ਦੇ ਦੂਜੇ ਪਾਸੇ ਇੱਕ ਦੂਜੇ ਪਾਸੇ ਹੈ, ਮਰਬੇਬੰਦੀ ਵੇਲੇ ਤੁਹਾਡੇ ਟੱਕ ਇਕੱਠੇ ਕਰਤੇ ਸੀ ਜ਼ਮੀਨ ਦਾ, ਉਵੇਂ ਲਾ ਕੇ ਜੇ ਵੱਧ ਹੋ ਗਿਆ ਘੱਟ ਹੋ ਗਿਆ, ਜੇ 16 ਕਨਾਲਾ ਜ਼ਮੀਨ ਹੈ ਤਾਂ ਤੁਹਾਨੂੰ ਹੋ ਸਕਦਾ 14 ਕਨਾਲਾ ਕਰਕੇ ਇੱਕ ਕਿੱਲਾ ਤੁਹਾਡਾ ਇੱਕ ਟੱਕ ਬਣਾਤਾ, ਹੋ ਸਕਦਾ 16 ਦੀ ਥਾਂ ਤੇ 17 ਮਿਲ ਗਈ। ਤੇ ਜਦੋਂ ਪੂਰਾ ਪਿੰਡ ਵੰਡਿਆ ਜਾਂਦਾ ਤੇ ਜੇ ਸਮਝ ਲਓ ਵੀ ਅਖੀਰ ਦੇ ਵਿੱਚ 2 4 7 8 10 ਕਿੱਲੇ ਵੱਧ ਜਾਂਦੇ ਆ ਜਿਹੜੇ ਕਿਸੇ ਖਾਤੇ 'ਚ ਨਾ ਤਾਂ ਪੈ ਸਕਦੇ ਨੇ ਤੇ ਨਾ ਹੀ ਉਹ ਵੰਡੇ ਜਾ ਸਕਦੇ ਨੇ। ਉਹ ਬੱਚਤ ਹੁੰਦੀ ਹੈ ਪਰ ਹੁੰਦੀ ਉਹ ਮਾਲਕਾਂ ਦੀ ਹੈ, ਨਾ ਉਹ ਪੰਚਾਇਤੀ ਹੁੰਦੀ ਹੈ। ਪਰ ਅਕਸਰ ਦੇ ਵਿੱਚ ਪੰਚਾਇਤ ਸਾਂਝੇ ਤੌਰ ਦੇ ਉੱਤੇ, ਜਿਵੇਂ ਸਾਡਾ ਪਿੰਡ ਹੈ, ਸਾਡਾ ਪਿੰਡ ਇੱਕ ਬਜ਼ੁਰਗ ਦੀ ਔਲਾਦ ਹੈ, ਚਲੋ ਸਾਡੇ ਬੱਚਤ ਨਿਕਲ ਗਈ, ਉਹ ਕਹਿੰਦੇ ਵੀ ਚਲੋ ਸਾਂਝੀ ਪਿੰਡ ਦੀ ਕੰਮ ਦੇ ਲਈ ਵਰਤ ਲਓ, ਪਰ ਉਹ ਪੰਚਾਇਤੀ ਜ਼ਮੀਨ ਨਹੀਂ ਹੁੰਦੀਗੀ। ਬਿਲਕੁਲ ਬਿਲਕੁਲ। ਹਾਂਜੀ, ਹੁਣ ਮੇਰਾ ਖਿਆਲ ਜਿਹੜੀ ਆਪਾਂ ਖਬਰ ਦਿੱਤੀ ਸਤਵੀਰ ਸਿੰਘ ਵਾਲੀਆ ਜੀ, ਕਈ ਜਿਹੜੇ ਬਹੁਤ ਹੀ ਭਗਤ ਨੇ ਆਪਦੇ, ਉਹਨਾਂ ਨੇ ਸਾਡੇ ਦੁਆਲੇ ਵੀ ਹੋਣਾ ਜੀ, ਲੇਕਿਨ ਅਸੀਂ ਫਿਰ ਕਹਿ ਦਈਏ ਕਿ ਅਸੀਂ ਨਹੀਂ ਕਹਿ ਰਹੇ। ਸਤਵੀਰ ਸਿੰਘ ਵਾਲੀਆ ਨੇ YouTube ਤੇ ਬਕਾਇਦਾ ਤੌਰ ਤੇ ਆਪਣੀ ਇੰਟਰਵਿਊ ਪਾਈ ਹੈ। ਜੇ ਉਹ ਸੱਚੀ ਗੱਲ ਤੇ ਫਿਰ ਬਹੁਤ ਮਾੜੀ ਗੱਲ ਹੈ ਜੀ। ਅਗਲੇ ਪਾਸੇ ਬਕਾਇਦਾ ਤੌਰ ਤੇ ਰਾਜੇਵਾਲ ਸਾਹਿਬ ਨੇ ਕਿਹਾ ਵੀ ਜਿਹੜੀ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਬਣਿਆ ਸੀਗਾ, ਸਾਬਕਾ DGP ਚੰਦਰ ਸ਼ੇਖਰ ਦੀਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਜੀ, ਨਜਾਇਜ਼ ਕਬਜ਼ਿਆਂ ਦੀਆਂ, ਉਹ ਅਮੀਰ ਘਰਾਣਿਆਂ ਦੀਆਂ ਜੀ, ਕਿਉਂ ਨਹੀਂ ਤੁਸੀਂ ਉਹ ਪਟਾਲੀ ਖੋਲਦੇ? ਸਾਡੀਆਂ ਜਿਹੜੀਆਂ ਸ਼ਵਾਦਕ ਦੀਆਂ ਪਹਾੜੀਆਂ ਜੀ, ਬਹੁਤ ਸਾਰੀਆਂ ਪਹਾੜੀਆਂ ਨੂੰ ਪੱਧਰਾ ਕਰਕੇ ਉੱਥੇ ਜਿਹੜੇ ਤਕਾਲੀ ਤਕਾਲੀ ਉਸ ਟਾਈਮ ਦੇ ਅਫਸਰ ਹੋਣਗੇ ਵੱਡੇ ਵੱਡੇ ਜੀ, ਕੋਈ ਲੀਡਰ ਹੋਣਗੇ, ਉਹਨਾਂ ਨੇ ਉਹ ਪੱਧਰੀਆਂ ਕਰਕੇ ਸਾਡਾ ਪੱਠਾ ਵਾ ਕੇ ਰੱਖਤਾ ਜੀ। ਇਸ ਕਰਕੇ ਰਾਜੇਵਾਲ ਸਾਹਿਬ ਦੀ ਗੱਲ ਇਹ ਤੇ ਠੀਕ ਆ ਕਿ ਭਾਈ ਤੁਸੀਂ ਪਿੰਡਾਂ ਜਾ ਕੇ ਗਰੀਬ ਕਿਸਾਨਾਂ ਨੂੰ ਤੰਗ ਕਰਨ ਦੀ ਬਜਾਏ ਪਹਿਲਾਂ ਆਹ ਕੰਮ ਕਰੋ। ਜਿਹੜੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ, ਜਿਹੜਾ ਕਮਿਸ਼ਨ ਬਣਿਆ ਸੀ ਚੰਦਰ ਸ਼ੇਖਰ ਵਾਲੀ, ਇਹ ਰਿਪੋਰਟ ਕੱਢ ਕੇ ਤੁਸੀਂ ਪਹਿਲਾਂ ਇਹ ਕਬਜ਼ਾ ਕਰੋ ਤੇ ਫਿਰ ਅਸੀਂ ਵੇਖ ਲਾਂਗੇ ਵਾਕਿਆ ਤੁਸੀਂ ਕੋਈ ਕੰਮ ਕਰਨ ਜੋਗੇ ਹੈਗੇ ਜੀ ਕਿ ਨਹੀਂ। ਹਾਂਜੀ, ਤੇ ਪਿੰਡਾਂ ਦੇ ਜੇ ਗਰੀਬ ਕਿਸਾਨ ਦੇ ਕੋਈ ਤੁਸੀਂ 2 ਏਕੜ 4 ਏਕੜ ਜੇ ਹੈਗੀ ਤਾਂ ਅਸੀਂ ਨਹੀਂ ਕਹਿੰਦੇ ਤੁਸੀਂ ਛੱਡ ਦਿਓ ਉਹਨਾਂ ਨੂੰ, ਉਹਨਾਂ ਕੋਲ ਜੋ ਰਾਇਲਟੀ ਬਣੀ ਲੈ ਲਓ। ਇਹ ਤਾਂ ਪਰੇਸ਼ਾਨ ਨਾ ਕਰੋ ਲੋਕਾਂ ਨੂੰ, ਜਿਹਦੀ ਵਿਚਾਰੇ ਕੋਈ ਜ਼ਮੀਨ ਕੋਈ ਨਹੀਂ ਹੋਗੀ, ਉਹਨੂੰ ਵਿਚਾਰੇ ਨੂੰ ਘਰੋਂ ਬੇਘਰ ਨਾ ਕਰ ਦਿਓ ਤੁਸੀਂ, ਉਹਨੂੰ ਜਾਂ ਬੇਰੁਜ਼ਗਾਰ ਨਾ ਕਰ ਦਿਓ ਤੁਸੀਂ ਜੀ। ਹਾਂ ਬਿਲਕੁਲ, ਬੇਰੁਜ਼ਗਾਰ ਤੇ ਬੇਘਰ ਕਰਨਾ ਵੀ ਇੱਕ ਮਾੜੀ ਗੱਲ ਹੈ ਜੀ, ਹੈ ਜੀ। ਹਾਂ ਹਾਂ ਹਾਂ। ਤੇ ਹੁਣ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ DGP ਸਾਹਿਬ ਹੋਰਾਂ ਨੇ ਜਿਹੜਾ ਮੁਹੱਰਮ ਬਲਾਸਟ ਇਹ ਤੁਸੀਂ DG ਲੈਣਾ, ਕੋਈ ਬੰਦਾ ਉੱਥੋਂ ਚੰਡੀਗੜ੍ਹ ਅੱਜ ਕਿਉਂ ਲੈਣਾ? ਲੈ ਲਾਂਗੇ ਜੀ, ਤੁਸੀਂ ਗੱਲ ਕਰ ਦਿਓ, ਪਹਿਲਾਂ ਤੁਸੀਂ ਦੱਸੋ। ਨੀਲ ਪਿੰਡ ਨੂੰ ਪੁੱਛ ਲਓ ਕਿ ਉਹ ਜ਼ਿਆਦੀ ਡਿਟੇਲ ਦੇ। ਚਲੋ ਮੈਂ ਕੋਈ ਨਹੀਂ ਲੈ ਲਵਾਂਗਾ ਜੀ ਫਿਰ। ਤੇ ਹੁਣ ਆਪਾਂ ਗੱਲ ਕਰੀਏ ਤਾਂ ਬਾਈਬਲ ਗੋਲੀकांड ਦੇ ਉੱਤੇ ਕਹਿੰਦੇ ਹਾਈ ਕੋਰਟ ਨੇ ਰਿਪੋਰਟ ਤਲਬ ਕਰ ਰਹੀ ਹੈ ਜੀ। ਉਹਦੇ ਵਿੱਚ ਇਹ ਹੈ ਜੀ, ਜਿਹੜੇ ਉਸ ਟਾਈਮ ਦੇ ਉੱਤੇ ਗੁਰਦੀਪ ਸਿੰਘ SHO ਸੀ ਨਾ ਜੀ, ਤੇ ਇਹਨਾਂ ਨੇ ਇਹ ਕਿਹਾ ਜੀ ਮੇਰਾ ਤੇ ਬਾਈਬਲ ਕਲਾਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅੱਛਾ ਜੀ। ਮੈਂ ਕੋਟ ਕਪੀਰੇ ਸੀ ਤੇ ਮੈਨੂੰ ਖਾਮਖਾ ਬਾਈਬਲ ਕਲਾਕਾਂਡ ਚ ਫਸਾਇਆ ਜਾ ਰਿਹਾ। ਤੇ ਜਦੋਂ ਉਹਨੇ ਆਪਣੀ ਹਾਈ ਕੋਰਟ ਤਲਬ ਕੀਤੀ ਵੀ ਮੈਨੂੰ ਕਿਉਂ ਫਸਾਉਂਦੇ ਤੇ ਵੀ ਤੁਸੀਂ ਜੀ, ਇੱਕ ਤੇ ਇਹਨਾਂ ਦੇ ਕਰਕੇ ਜਿਹੜੀ ਉਹਨਾਂ ਤਲਬਕਾਂ ਦੀ ਰਿਪੋਰਟ ਵੀ ਬਾਈਬਲ ਕਹਿੰਦੇ ਰਿਪੋਰਟ ਲਿਆ ਵੀ ਰਿਪੋਰਟ ਚ ਕੀ ਲਿਖਿਆ ਵੀ ਗੁਰਦੀਪ ਸਿੰਘ ਸ਼ਾਮਲ ਹੈਗਾ ਕਿ ਨਹੀਂ ਹੈਗਾ। ਦੂਸਰਾ ਉਮਰਾ ਨੰਗਲ ਨੇ ਕਿਹਾ ਜੀ ਮੇਰਾ ਕੋਈ ਕਸੂਰ ਨਹੀਂ ਜੀ, ਮੈਨੂੰ ਨਜਾਇਜ਼ ਫਸਾਇਆ ਗਿਆ ਵਾ। ਇੱਕ ਤੇ ਮੈਨੂੰ ਬੇਲ ਤੇ ਜਿਹੜੀ ਪੇਸ਼ੀ ਦੀ ਛੋੜ ਦਿੱਤੀ ਜਾਵੇ ਤੇ ਦੂਜਾ ਮੈਨੂੰ ਇਹਨਾਂ ਕੇਸਾਂ ਚੋਂ ਕੱਢਿਆ ਜਾਵੇ ਜੀ। ਉਹ ਦੋਵਾਂ ਕੇਸਾਂ ਦੇ ਦੀਆਂ ਇਹਨਾਂ ਦੀਆਂ ਦਲੀਲਾਂ ਨੂੰ ਲੈ ਕੇ ਵਕੀਲਾਂ ਦੇ ਉੱਤੇ ਹਾਈ ਕੋਰਟ ਨੇ ਰਿਪੋਰਟ ਤਲਬ ਕਰ ਲਈ ਕਿ ਰਿਪੋਰਟ ਲਿਆਓ, ਅਸੀਂ ਫਿਰ ਵੇਖੀਏ ਵੀ ਕੌਣ ਕਿੰਨੇ ਪਾਣੀ। ਬਿਲਕੁਲ ਬਿਲਕੁਲ, ਇਹਦਾ ਕਿੰਨਾ ਕਸੂਰ ਹੈਗਾ ਵਾ। ਚੰਗੀ ਗੱਲ, ਕੋਈ ਆਪਣਾ ਹੈਗਾ ਵਾ ਨਸਲੇ ਦੇ ਨਜਾਇਜ਼, ਉਹ ਨਹੀਂ ਹੋਣਾ ਚਾਹੀਦਾ। ਪਰਮਰਾਜ ਉਮਰਾ ਨੰਗਲ ਜਿਸ ਤੋਂ ਕਹਿਤਾ ਵੀ ਇਹ ਪਟੀਸ਼ਨ ਹੀ ਜਿਹੜੀ ਹੈਗੀ ਉਹ FIR ਦੀ ਰੱਦ ਕੀਤੀ ਜਾਵੇ। ਹਾਂਜੀ, ਤੇ ਜੇ ਕੀਤੀ ਉਹਨਾਂ ਦਾ ਹੱਕ ਬਣਦਾ ਕਹਿਣ ਦਾ ਜੀ। ਬਾਕੀ ਕੋਰਟ ਨੇ ਵੇਖਣਾ ਕੋਰਟ ਕੀ ਕਰਦੀ ਕੀ ਨਹੀਂ ਕਰਦੀ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਜੀ, ਜਦੋਂ ਕੱਲ ਇਹਨਾਂ ਦੇ ਕੋਲੇ ਸਾਡੇ ਪੰਜਾਬ ਦੇ ਵਕੀਲ ਗਏ ਨੇ 11 ਜੀ, ਤੁਹਾਨੂੰ ਪਤਾ ਹੋਵੇਗਾ ਪਿਛਲੇ ਮਹੀਨੇ ਜਦੋਂ ਉਹਨਾਂ ਨੇ ਧਰਨਾ ਦੇ ਦਿੱਤਾ ਸੀ 54 ਨੰਬਰ ਹਾਈਵੇ ਦੇ ਉੱਤੇ, ਤੇ ਐਡਵੋਕੇਟ ਜਨਰਲ ਤੋਂ ਇੱਕ ਵਕੀਲਾਂ ਦੀ 3 ਵਕੀਲਾਂ ਦੀ ਟੀਮ ਗਈ ਸੀ ਜੀ। ਉਹਨਾਂ ਕਿਹਾ ਸੀ ਤੁਹਾਨੂੰ 3 ਮਹੀਨੇ ਦੇ ਦਿਓ ਤੇ 3 ਮਹੀਨੇ ਚ ਅਸੀਂ ਜਿਹੜਾ ਸੀ ਤੁਹਾਨੂੰ ਕਿਸੇ ਤਲ ਪੱਤਰ ਲਾ ਦਿਆਂਗੇ ਜੀ, ਤੇ ਤੁਹਾਨੂੰ ਹਰ ਮਹੀਨੇ ਅਸੀਂ ਰਿਪੋਰਟ ਦਿਆ ਕਰਾਂਗੇ। ਅੱਛਾ ਜੀ। ਉਹ 11 ਤਰੀਕ ਨੂੰ ਆਈ ਸੀ, 1 ਮਹੀਨੇ ਦਾ ਸਾਰਾ ਦਿਨ ਵਾਸਤੇ ਕਿ ਅਸੀਂ ਕੀ ਕੁਛ ਕੀਤਾ। ਜਦੋਂ ਉਹਨਾਂ ਆ ਕੇ ਰਿਪੋਰਟ ਦਿੱਤੀ ਆ ਤੇ ਰਿਪੋਰਟ ਤੋਂ ਬਾਅਦ ਜਿਹੜੇ ਸਾਡੇ ਸੁਖਰਾਜ ਸਿੰਘ ਹੋਰੀ ਆ ਉਹ ਕਹਿੰਦੇ ਵੀ ਸਾਨੂੰ ਹੁਣ ਮਾੜੀ ਮੋਟੀ ਆਸ ਆ ਵੀ ਮਾਨ ਸਰਕਾਰ ਤੁਹਾਨੂੰ ਕੀ ਇਨਸਾਫ ਦੇ ਦੇ ਜੀ।
ਲੇਕਿਨ ਗੁਰਜੀਤ ਸਿੰਘ ਦਾ ਪਰਿਵਾਰ ਜਿਹੜਾ ਵਾ ਭਰਾਵਾਂ ਵਾਲਿਆਂ ਤੋਂ, ਉਹ ਕਹਿੰਦਾ ਸਾਨੂੰ ਆਸ ਖਤਮ ਹੋ ਗਈ ਜੀ। ਸਾਨੂੰ ਪਤਾ ਵੀ ਇਹਨਾਂ ਕੋਰਟਾਂ ਦੇ ਵਿੱਚੋਂ, ਇਹਨਾਂ ਸਰਕਾਰਾਂ ਕੋਲ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ। ਅਸੀਂ ਤੁਹਾਨੂੰ ਰੱਬ ਤੇ ਡੋਰੀ ਛੱਡਦੀ ਆ, ਰੱਬ ਜੋ ਕਰੂ ਠੀਕ ਕਰੂ, ਸਾਡਾ ਤੇ ਪਰਿਵਾਰ ਦਾ ਜੀ ਚਲੇ ਗਿਆ, ਉਹਦੇ ਤੇ ਬੋਲਣਾ ਨਹੀਂ ਜੀ। ਲੇਕਿਨ ਉਹਨਾਂ ਦੇ ਇੱਕ ਪਰਿਵਾਰ ਦਾ ਇਹ ਕਹਿਣਾ ਤੇ ਇੱਕ ਦਾ ਕਹਿਣਾ ਕਿ ਅਜੇ ਸਾਨੂੰ ਆਸ ਹੈਗੀ ਆ, ਆਸ ਤੇ ਰੱਖਣੀ ਚਾਹੀਦੀ ਜਿੰਨੇ ਬੰਦਾ ਜਿਉਂਦਾ ਜੀ। ਲੇਕਿਨ ਜੇ ਜਾ ਕੇ ਰਿਪੋਰਟ ਦੇ ਕੇ ਆਏ, ਮਹੀਨੇ ਬਾਅਦ ਰਿਪੋਰਟ ਕੀ ਦੇ ਕੇ ਇਹਦੀ ਜਾਣਕਾਰੀ ਨਹੀਂ ਜੀ। ਲੇਕਿਨ ਰਿਪੋਰਟ ਸਬਮਿਟ ਸੰਤੋਖ ਇੰਦਰ ਸਿੰਘ ਜਿਹੜੇ ਐਡਵੋਕੇਟ ਜਨਰਲ ਦੇ ਨਾਲ ਦਫ਼ਤਰ ਲੱਗੇ, ਉਹ ਗਏ ਸੀ 3-4 ਵਕੀਲ, ਉਹ ਰਿਪੋਰਟ ਦੇ ਕੇ ਆਏ ਨੇ। ਹੁਣ ਵੇਖੋ ਅੱਗੇ ਕੀ ਬਣਦਾ। ਚਲੋ ਆਗੇ ਦੇਖੋ ਹੋਤਾ ਹੈ ਕਿਆ ਜੀ। ਪਰ ਇੱਧਰ ਕੀ ਦੇਖੀਏ ਕਿ ਹੁਣ ਪੰਥਕ ਜਥੇਬੰਦੀਆਂ ਤੋਂ ਬਾਅਦ ਭਾਜਪਾ ਨਾਲ ਸੰਬੰਧਿਤ ਆਗੂਆਂ ਨੇ ਵੀ ਘੱਟ ਗਿਣਤੀਆਂ ਨਾਲ ਸੰਬੰਧਿਤ ਮੰਤਰੀ ਨੂੰ ਮੰਗ ਪੱਤਰ ਦੇ ਕੇ ਕਹਿੰਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਚੱਕ ਦਿੱਤੀ ਹੈ। ਭਾਜਪਾ ਵਾਲੇ ਵੀ ਲੀਡਰ ਇਸ ਤੇ ਕਰ ਰਹੇ ਨੇ। ਬਿਲਕੁਲ ਭਾਜਪਾ ਵਾਲੇ ਵੀ ਗਏ ਨੇ ਜੀ। ਭਾਜਪਾ ਵਾਲੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਇੱਕ ਘੱਟ ਗਿਣਤੀ ਦੇ ਸੰਬੰਧਿਤ ਮੰਤਰੀ ਨੇ ਜੀ, ਰਾਜ ਮੰਤਰੀ ਹੈਗੇ ਜੌਨ ਬਾਰਲਾ, ਉਹਨਾਂ ਦੇ ਕੋਲੇ ਗਏ। ਨਾਲ ਜਿਹੜੇ ਚੇਅਰਮੈਨ ਹੈਗੇ ਘੱਟ ਗਿਣਤੀ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ, ਉਹਨਾਂ ਦੋਵਾਂ ਨੂੰ ਮੰਗ ਪੱਤਰ ਦੇ ਕੇ ਵੀ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜੀ। ਇਹਦੇ ਵਿੱਚ ਕਦੇ ਸਿੱਖ ਨਹੀਂ ਹੈਗੇ, ਇਹਦੇ ਵਿੱਚ ਦੁਸ਼ਯੰਤ ਗੌਤਮ ਦੇ ਰਾਜ ਸਭਾ ਮੈਂਬਰ ਭਾਜਪਾ ਦੇ ਉਹ ਹੈਗੇ ਨੇ ਜੀ। ਇਹਦੇ ਵਿੱਚ ਪੰਜਾਬ ਤੋਂ ਵੀ ਹੈਗੇ ਨੇ ਕਈ ਬੰਦੇ ਜਿਹੜੇ ਸਾਡੇ ਹੈਗੇ ਨੇ ਹਿੰਦੂ ਲੱਦੜ ਸਾਹਿਬ ਜੀ, ਐਸਾ ਲੱਦੜ ਹੈਗੇ ਆ, ਇੱਕ ਸੁਰਿੰਦਰ ਮੈਂ ਹੈਗੇ ਆ, ਵਿਵੇਕ ਸ਼ਰਮਾ ਹੈਗੇ ਆ, ਸਵੇਰ ਧਰਮਵੀਰ ਸਰੀਨ ਹੈਗੇ ਆ। ਇਹ ਸਾਰੇ ਬੰਦੇ ਜਿਹੜੇ ਆ, ਇਹਨਾਂ ਦੇ ਨਾਲ ਬਾਕੀ ਸਿੱਖ ਵੀ ਹੈਗੇ ਨੇ, ਉਹਨਾਂ ਦੇ ਵਿੱਚ ਹੋਰ ਨਾਂ ਵੀ ਹੈਗੇ ਜਿਨ੍ਹਾਂ ਦੇ ਵਿੱਚ ਤੁਸੀਂ ਲੈ ਲਓ ਅਜੇ ਵੀਰ ਸਿੰਘ ਲਾਲਪੁਰਾ, ਜਿਹੜੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਨੇ ਜੀ। ਜੱਸੀ ਜਸਰਾਜ ਆ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਆ, ਸਾਬਕਾ ਐਮਐਲਏ ਸ਼ਮਸ਼ੇਰ ਸਿੰਘ ਰਾਏ ਆ, ਸਾਬਕਾ ਐਮਐਲਏ ਫਤਿਹ ਜੰਗ ਬਾਜਵਾ ਵਾ, ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ ਆ, ਡਾਕਟਰ ਹਰਕਮਲ ਜੋਤ ਸਾਬਕਾ ਵਿਧਾਇਕ, ਹਰਿੰਦਰ ਸਿੰਘ ਕਾਹਲੂ ਆ, ਕੁਲਦੀਪ ਸਿੰਘ ਕਾਹਲੂ ਆ, ਇਹ ਸਾਰੇ ਨਾਲ ਗਏ ਨੇ। ਪ੍ਰਦੀਪ ਸਿੰਘ ਭੁੱਲਰ ਆ, ਮਜੀਠਾ ਤੋਂ ਕਮਲ ਬਖਸ਼ੀ ਆ, ਬਲਜਿੰਦਰ ਸਿੰਘ ਆ, ਕੁਮਰਵੀਰ ਸਿੰਘ ਆ, ਇਹ ਸਾਰੇ ਸਾਬਕਾ ਜਿਹੜੇ ਡੀਜੀਪੀ ਐਸਐਸ ਵਿਰਕ ਵੀ ਗਏ ਜੀ। ਸਰਦਾਰ ਬਲਵਿੰਦਰ ਸਿੰਘ ਗਿੱਲ ਆ, ਕੋਈ ਜਸਵੀਰ ਸਿੰਘ ਗਿੱਲ ਆ, ਸੁਖਬੀਰ ਸਿੰਘ ਸੈਣੀ, ਅਮਨ ਸਿੰਘ ਕਬਰਾਵਾਲਾ ਤੇ ਗੁਰਕੀਤ ਸਿੰਘ ਆਸੀ, ਇਹ ਸਾਰੇ ਗਏ ਨੇ ਇਕੱਠੇ ਜੀ। ਮਤਲਬ ਇਹਦੇ ਵਿੱਚ ਇੱਕ ਨਹੀਂ, ਇਹਦੇ ਵਿੱਚ ਹਿੰਦੂ ਪਰਿਵਾਰਾਂ ਨਾਲ ਵੀ ਸੰਬੰਧਿਤ ਨੇ ਜੀ, ਦਲਿਤ ਪਰਿਵਾਰਾਂ ਨਾਲ ਸੰਬੰਧਿਤ ਤੇ ਸਿੱਖ ਪਰਿਵਾਰ ਨਾਲ ਸੰਬੰਧਿਤ। ਇਹਦੇ ਵਿੱਚ ਮੈਨੂੰ ਉਹਨਾਂ ਨੇ ਕਿਹਾ ਸੀ, ਮੇਰੀ ਗੱਲ ਸਵੇਰੇ ਹੋਈ ਸੀ ਸਰਦਾਰ ਲਾਲਪੁਰਾ ਸਾਹਿਬ ਨੂੰ, ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਉਹਨੇ, ਇੱਕ ਤੇ ਕੀਤੀ ਬੰਦੀ ਸਿੰਘ ਰਿਹਾ ਕੀਤੇ ਜਾਣ ਜੀ, ਦੂਸਰੀ ਮੰਗ ਉਹਨਾਂ ਦੀ ਹੋਰ ਹੀ ਵੱਡੀ ਸੀ। ਤੁਹਾਨੂੰ ਪਤਾ ਨੇ ਗਿਆਨੀ ਜੈਲ ਸਿੰਘ ਨੇ ਉਦੋਂ ਬਣਾਈਆਂ ਸੀ ਸੜਕਾਂ ਜੀ, ਉਦੋਂ ਮੈਂ ਕਿਹਾ 350 ਸਾਲਾਂ ਚ ਕਿਹੜਾ ਸੀਗਾ ਉਦੋਂ। ਹਾਂਜੀ, ਉਹ ਆਪਣੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਜੀ। ਇਹਨਾਂ ਨੇ ਕਿਹਾ ਵੀ ਜੇ ਚੱਕ ਨਾਨਕੀ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਬਾਬਾ ਬਕਾਲਾ ਤੱਕ ਇਹਨਾਂ ਦੋਵਾਂ ਨੂੰ ਜੋੜਨ ਵਾਸਤੇ ਜਿਹੜੀ ਆ ਇੱਕ ਵਿਸ਼ੇਸ਼ ਸੜਕ ਬਣਾਈ ਜਾਵੇ ਜੀ। ਇਹਦੇ ਬਾਰੇ ਵੀ ਵਿਚਾਰ ਚਰਚਾ ਚੱਲ ਰਹੀ ਆ ਕਿ ਇਹਦੇ ਬਾਰੇ ਅਸੀਂ ਪ੍ਰਧਾਨ ਮੰਤਰੀ ਸਾਹਮਣੇ ਗੱਲ ਕਰਾਂਗੇ ਤੇ ਸਾਡੇ ਜਿਹੜੇ ਬਕਾਇਦਾ ਤੌਰ ਤੇ ਅਮਿਤ ਸ਼ਾਹ ਹੋਰੀ ਜੀ, ਉਹਨਾਂ ਨੇ ਵੀ ਗੱਲ ਕਰਾਂਗੇ। ਅਮਿਤ ਸ਼ਾਹ ਬਾਰੇ ਉਹਨਾਂ ਗੱਲ ਦੱਸੀ ਵੀ ਜਦੋਂ ਕਾਰ ਸੇਵਾ ਹੋਈ ਸੀ ਉਦੋਂ ਅਮਿਤ ਸ਼ਾਹ ਹੋਰੀ 11 ਦਿਨ ਕਾਰ ਸੇਵਾ ਕਰਕੇ ਗਏ ਸੀ ਦਰਬਾਰ ਸਾਹਿਬ ਜੀ। ਮੈਂ ਕਿਹਾ ਚੰਗੀ ਗੱਲ ਆ ਜੀ, ਕਿਉਂਕਿ ਉਹ ਸਿੰਧੀ ਪਰਿਵਾਰ ਨੇ ਜੀ, ਉਹਨਾਂ ਦੇ ਸ਼ਬਦ ਦੇ ਸਿੰਧੀ ਪਰਿਵਾਰ ਨੇ। ਤੁਹਾਨੂੰ ਪਤਾ ਹੋਏਗਾ ਮਾਧੁਰੀ ਦੀਕਸ਼ਿਤ ਜਿਹੜੀ ਸਾਡੀ ਐਕਟਰੈਸ ਆ ਜੀ, ਉਹ ਵੀ ਸਿੰਧੀ ਪਰਿਵਾਰ। ਜਦੋਂ ਕਪੂਰ ਖਾਨਦਾਨ ਦੀ ਸ਼ਾਦੀ ਹੋਣ ਲੱਗੀ ਸੀ, ਉਹਨੇ ਇੱਕੋ ਗੱਲ ਕਹੀ ਸੀ ਕਪੂਰ ਆਪਣੇ ਹਸਬੈਂਡ ਨੂੰ ਕਿ ਜੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਲਾਵਾ ਲੈਣੀ ਤੇ ਜੀ ਸਦਕੇ ਜੀ, ਜੇ ਨਹੀਂ ਤੇ ਫਿਰ ਤੂੰ ਆਪਣੇ ਘਰ ਆ ਜੀ, ਮੈਂ ਆਪਣੇ ਘਰ ਆ ਜੀ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਇਹਦੇ ਵਿੱਚ ਕੁਝ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਸਹਿਜਧਾਰੀ ਕਹਿ ਕੇ ਤੁਸੀਂ ਸਿੱਖ ਪੰਥ ਤੋਂ ਪਾਸੇ ਕਿਉਂ ਕਰਦੇ ਆ? ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਉਹਦੇ ਚ ਯਕੀਨ ਰੱਖਦੇ, ਗੁਰੂ ਸਾਹਿਬ ਦੀ ਸਿੱਖਿਆਵਾਂ ਚੱਲਦੇ, ਸਾਨੂੰ ਤੁਸੀਂ ਪਾਸੇ ਕਰਕੇ ਕਿਉਂ ਸਾਨੂੰ ਬਗਾਨੇ ਬਣਾਈ ਜਾ ਰਹੇ ਹੋ? ਤੁਹਾਡੇ ਇਹ ਵੀ ਮੰਗ ਰੱਖੀ ਉਹਨਾਂ ਨੇ। ਪਰ ਸਹਿਜਧਾਰੀਆਂ ਦੀ ਜਿਹੜੀ ਮਤਾ ਜਿਹੜਾ ਪਾਸ ਕੀਤਾ ਸੀ, ਕਾਨੂੰਨ ਪਾਸ ਕੀਤਾ ਸੀ, ਇਹਨਾਂ ਪਤਾ ਹੋਣਾ ਚਾਹੀਦਾ ਉਹ ਵੀ ਭਾਜਪਾ ਸਰਕਾਰ ਦੇ ਸਮੇਂ ਵਾਜਪਾਈ ਸਾਹਿਬ ਨੇ ਕੀਤਾ ਸੀ ਜੀ। ਜੀ ਬਿਲਕੁਲ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਮੇਰੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਤੁਹਾਨੂੰ ਦੱਸ ਦਈਏ ਕਿ ਪੱਟੀ ਸਾਹਿਬ ਤੋਂ ਬਾਅਦ ਮੇਰੇ ਨਾਲ ਡਾਕਟਰ ਸਾਹਿਬਾਂ ਜੁੜਨਗੇ
ਤੇ ਉਹਨਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਾਂਗੇ ਕਿੰਨੇ ਪ੍ਰਕਾਰ ਦੇ ਮੋਤੀ ਹੁੰਦੇ ਤੇ ਕਿਵੇਂ ਤੁਸੀਂ ਬਚਣਾ ਹੈ। ਸੋ ਆਪਣੇ ਸਵਾਲਾਤ ਜਿਹੜੇ ਤੁਸੀਂ ਉਹ ਕਰ ਸਕਦੇ ਹੋ ਸਾਡੇ ਨਾਲ। ਫੋਨ ਨੰਬਰ ਜਿਹੜਾ ਜੀ ਉਹੀ ਰਹੇਗਾ 9264 10666 ਤੇ 9819 10666। ਸੋ ਡਾਕਟਰ ਸ਼ਿਖਾ ਤਨੇਜਾ ਸਾਡੇ ਨਾਲ ਜਲਦ ਹੀ ਜਿਹੜਾ ਸਟੂਡੀਓ ਦੇ ਵਿੱਚ ਜੁੜਨਗੇ। ਸੋ ਪੱਟੀ ਸਾਹਿਬ, ਬੜੀਆਂ ਇੱਕ ਦਰਦਨਾਕ ਘਟਨਾਵਾਂ ਵੀ ਆ ਰਹੀਆਂ ਨੇ ਕਿ ਬੜੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕ ਸੰਸਥਾ ਹੈ, ਉਹ ਬੱਚਿਆਂ ਨੂੰ ਤੇ ਮੰਦਬੁੱਧੀ ਬੱਚਿਆਂ ਨੂੰ ਜਿਹੜਾ ਕੀ ਕਹਿੰਦੇ ਆ ਉਹ ਜਿਹੜੇ ਡੇਰਿਆਂ ਦੇ ਵਿੱਚ ਰੱਖਿਆ ਜਾਂਦਾ ਉੱਥੋਂ ਆਜ਼ਾਦ ਕਰਾਉਂਦੇ ਨੇ। ਪਰ ਪਿਛਲੇ ਸਮੇਂ ਦੇ ਵਿੱਚ ਆਪਾਂ 2-3 ਡੇਰੇ ਇਹੋ ਜਿਹੇ ਦੇਖੇ ਜਿਹੜੇ ਨਿਹੰਗ ਸਿੰਘਾਂ ਨਾਲ ਸੰਬੰਧਿਤ ਸੀ, ਤੇ ਹੁਣ ਕਹਿੰਦੇ ਨਿਹੰਗ ਸਿੰਘਾਂ ਨੇ ਆਪਦੇ ਕਹਿੰਦਾ ਪ੍ਰਾਈਵੇਟ ਟਰਾਂਸਫਾਰਮਰ ਹੀ ਲਾ ਲਏ ਸੀਗੇ। ਕਹਿੰਦਾ ਬੜਾ ਕੁਛ ਹੋ ਰਿਹਾ। ਕੀ ਕਿੱਥੋਂ ਦਾ ਮਾਮਲਾ ਜੀ? ਕਈ ਸੰਸਥਾਵਾਂ ਬਹੁਤ ਹੀ ਕੰਮ ਕਰ ਰਹੀਆਂ। ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਸੰਤ ਸਿੰਘ ਸੁੱਖਾ ਸਿੰਘ ਇੱਕ ਸੰਸਥਾ ਹੈਗੀ 1896 ਦੇ ਵਿੱਚ ਬਕਾਇਦਾ ਤੌਰ ਤੇ ਹੁੰਦੀ ਹੈ। 4 ਬੱਚਿਆਂ ਨੇ ਇਹ ਸੰਸਥਾ ਸ਼ੁਰੂ ਕੀਤੀ ਗਈ ਤੇ 13 ਮਈ ਨੂੰ ਇਹ ਸੰਸਥਾ ਸ਼ੁਰੂ ਕੀਤੀ ਗਈ ਤੇ 17 ਮਈ ਨੂੰ ਜਾ ਕੇ ਜਿਹੜੀ ਸੰਸਥਾ ਸ਼ੁਰੂ ਕਰਨ ਵਾਲੇ ਉਹ ਚੜਾਈ ਕਰ ਗਏ। ਉਹਨਾਂ ਦੇ ਜਿਉਂਦਿਆਂ ਜੀ ਉਹਨਾਂ ਦਾ ਬੇਟਾ ਸੀਗਾ ਉਹ ਵੀ ਚੜਾਈ ਕਰ ਗਈ ਸੀ ਤੇ ਇਸ ਕਰਕੇ ਜਿਹੜਾ ਸੀ ਹੈ ਕੋਈ ਨਹੀਂ ਗਿਆ ਸੀ ਤੇ ਉਹਨੇ ਕਿਹਾ ਜੀ ਮੇਰੀ ਵਾਈਫ ਨੂੰ ਤੇ ਮੇਰੀ ਧੀ ਨੂੰ ਜੀ ਆਹ ਇੱਕ ਟਰਸਟ ਬਣਾਤਾ। ਉਹ ਟਰਸਟ ਦੇ ਵਿੱਚ ਜਿਵੇਂ 2 ਖਾਲਸਾ ਕਾਲਜ ਦੇ, ਇੱਕ ਚੀਫ ਖਾਲਸਾ ਦੇ, ਇੱਕ DC, ਇੱਕ 2 ਬੰਦੇ ਹੋਰ ਪਾ ਕੇ ਉਹਨਾਂ ਨੇ ਟਰਸਟ ਬਣਾਇਆ। ਉਹਨਾਂ ਕੇ ਸਿਰਫ ਸਾਰੀ ਜਾਇਦਾਦ ਟਰਸਟ ਨਾਲ ਲਵਾਤੀ। 4 ਤੋਂ ਸ਼ੁਰੂ ਕੀਤਾ ਤੇ ਅੱਜ 7000 ਬੱਚੀਆਂ ਪੜ੍ਹਦੀ ਹੈ ਤੇ ਹਿੰਦੁਸਤਾਨੀ ਵਰਲਡ ਲੈਵਲ ਦੇ ਉੱਤੇ ਬੱਚੀਆਂ ਉੱਥੇ ਜਿਹੜੀ BCom ਕਰਕੇ ਚੰਗੀ ਵਿੱਦਿਆ ਲੈ ਕੇ ਨਾ ਵੱਡੇ ਵੱਡੇ ਅਹੁਦੇ ਤੇ ਬੈਠੀਆਂ। ਇਸ ਕਰਕੇ ਕਈ ਸੰਸਥਾਵਾਂ ਬੜਾ ਵਧੀਆ ਕੰਮ ਕਰਦੀਆਂ ਜੀ। ਅੱਜ ਉੱਥੇ ਬਕਾਇਦਾ ਤੌਰ ਤੇ ਸਾਡੇ ਜਿਹੜੀ ਸੰਸਥਾ ਦਾ ਸਥਾਪਨਾ ਦਿਵਸ ਸੀਗਾ ਤੇ ਜਿਹੜੇ ਸਪੀਕਰ ਸਾਹਿਬ ਨੇ ਸੰਧਵਾ ਸਾਹਿਬ ਜੀ ਬਲਕਾਰ ਸਿੰਘ ਸੰਧਵਾ ਆਏ ਸੀ ਤੇ ਜਦੋਂ ਆ ਕੇ ਸੰਸਥਾ ਵੇਖੀ ਤੇ ਉਹਨਾਂ ਕਿਹਾ ਜੀ ਮੈਨੂੰ ਅੱਜ ਮਹਿਸੂਸ ਹੁੰਦਾ ਵੀ ਕੋਈ ਹਰਿਆ ਬੂਟ ਘਿਰੇ ਹੋਏ ਹੈਗਾ, ਕੋਈ ਹਰਿਆ ਬੂਟ ਅਜੇ ਸੇਵਾ ਕਰਨ ਵਾਲਾ ਜੀ। ਤੇ ਜਦੋਂ ਉਹਨਾਂ ਸੰਸਥਾ ਵਾਲੇ ਨੇ ਇੰਨੀ ਗੱਲ ਕਹੀ ਵੀ ਦੱਸੋ ਜੀ ਸਾਨੂੰ ਲੋਕੀ ਪੁੱਛਦੇ ਤੁਹਾਨੂੰ ਦਿਓਗੇ ਕੀ ਜੀ, ਤੇ ਸੰਸਥਾ ਵਾਲਿਆਂ ਨੇ ਕਿਹਾ ਜੀ ਤੁਹਾਨੂੰ ਵੈਲਕਮ, ਤੁਸੀਂ ਆਏ ਸਾਨੂੰ ਕੁਛ ਨਹੀਂ ਜੇ ਸਾਨੂੰ ਸਭ ਕੁਛ ਇਹ ਬੜੀ ਉਹ ਕਹਿੰਦੇ ਜੀ ਬੜੀ ਹੈਰਾਨਗੀ ਦੀ ਗੱਲ ਜੀ। ਲੋਕ ਤਾਂ ਪਹਿਲਾਂ ਕਹਿੰਦੇ ਦਿਓਗੇ ਕੀ ਤੇ ਤੁਸੀਂ ਮੰਗਦੇ ਕੁਛ ਨਹੀਂ, ਕਹਿੰਦੇ ਨਹੀਂ ਸਾਨੂੰ ਲੋੜ ਨਹੀਂ। ਇਹ ਬੱਚੀਆਂ ਬੈਠੀਆਂ ਸਾਰੀਆਂ 7000 ਬੱਚੀ ਇੱਥੇ ਪੜ੍ਹਦੀ ਆ, ਸਕੂਲ ਚੱਲਦੇ ਆ, ਕਾਲਜ ਚੱਲਦੇ ਆ। ਇਹ ਸਹੀ ਗੱਲ ਹੈ ਜੀ। ਉਹ ਸੰਸਥਾ ਦੇ ਵਿੱਚ ਕਿਸੇ ਵੀ ਪੋਲੀਟੀਕਲ ਬੰਦੇ ਦੀ ਕੋਈ ਇੰਟਰਫੀਅਰੈਂਸ ਨਹੀਂ ਹੈ। ਉਹ ਪੋਲੀਟੀਕਲ ਬੰਦੇ ਨੂੰ ਬੁਲਾਉਂਦੇ ਹੀ ਨਹੀਂ ਜੀ। ਇੱਕ ਵਾਰੀ ਆਇਆ ਸੀ ਹਰਿਆਣੇ ਦੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੁੰਦਾ ਹੁੰਦੇ ਸੀ, ਉਹ ਜ਼ਬਰਦਸਤੀ 10 ਲੱਖ ਦੇ ਕੇ ਗਿਆ ਸੀ ਜੀ ਮੈਂ ਸੰਸਥਾ ਨੂੰ ਕੁਝ ਦੇਣੇ ਬੱਚੀਆਂ ਦੀ ਸੰਸਥਾ ਤੁਹਾਡੀ ਮਰਜ਼ੀ ਜੀ। ਇਸ ਕਰਕੇ ਸੰਸਥਾਵਾਂ ਕੁਝ ਬਹੁਤ ਚੰਗੀਆਂ ਹੈਗੀਆਂ ਜਿਹੜੀਆਂ ਕੰਮ ਕਰ ਰਹੀਆਂ। ਹੁਣ ਮੈਂ ਇਹਦੇ ਨਾਲ ਜੋੜਦਾ ਜਿਹੜੀ ਸੰਸਥਾ ਦੀ ਗੱਲ ਕਰਦੇ, ਇਹ ਬਾਬਾ ਬਿਧੀ ਚੰਦ ਸ਼ੀਨਾ ਦੀ ਸੰਸਥਾ ਵਾ ਜੀ, ਸੁਰ ਸਿੰਘ ਪਿੰਡ ਦੇ ਵਿੱਚ ਹੈ। ਕਿਹੜੇ ਸੁਰ ਸਿੰਘ ਵਾਲੇ? ਸੁਰ ਸਿੰਘ ਵਾਲੇ ਜੀ। ਉਹਨਾਂ ਨੇ ਕੀ ਕੀਤਾ ਵੀ ਅਕਾਲੀ ਸਰਕਾਰ ਵੇਲੇ ਤੇ ਇਹਨਾਂ ਦੀ ਦੂਜੀ ਸੀ ਕਾਂਗਰਸ ਸਰਕਾਰ ਟੂਟੀ ਬੋਲਦੀ ਸੀ ਉਹਨਾਂ ਦੀ। ਅੱਛਾ ਜੀ। ਜੋ ਮਰਜ਼ੀ ਕਰੀ ਜਾਣ, ਉੱਥੇ ਸਾਰੇ ਲੀਡਰ ਵੀ ਜਾਂਦੇ ਸੀ, ਕਹਿੰਦੇ ਜੀ ਬਾਬਾ ਜੀ ਜੋ ਤੁਸੀਂ ਕਰਤਾ ਠੀਕ ਕਰ ਦਿੱਤਾ। ਉਹਨਾਂ ਨੇ ਕੀ ਕੀਤਾ ਆਪਣੇ ਡੇਰੇ ਦੇ ਵਿੱਚ ਆਪਣਾ ਇੱਕ ਪ੍ਰਾਈਵੇਟ ਟਰਾਂਸਫਰ ਲਾ ਕੇ ਤੇ ਸਿੱਧੀ ਤਾਰਾ ਬੱਲੇ 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 ਜਿਹਦੇ ਵਿੱਚ 17 AC ਚੱਲਦੀ ਸੀ, 4 ਗੀਜ਼ਰ ਚੱਲਦੇ ਸੀ, ਹੁਣ ਪਤਾ ਨਹੀਂ ਕੀ ਕੁਛ ਚੱਲਦਾ ਸੀ। ਕਿਸੇ ਸਰਕਾਰ ਨੇ ਪੁੱਛਿਆ ਤੱਕ ਨਹੀਂ ਉਹਨੂੰ। ਅੱਛਾ ਜੀ। ਹੁਣ ਮੈਂ ਇਹ ਸੰਸਥਾ ਦੀ ਗੱਲ ਕਰ ਲਾਂਗਾ ਥੋੜੀ। ਬਾਬਾ ਬਿਧੀ ਚੰਦ ਸ਼ੀਨਾ ਬੇਸਿਕਲੀ ਚੋਰ ਸੀ। ਅੱਛਾ ਜੀ। ਚੋਰੀ ਤੋਂ ਕਰਦਾ ਕਰਦਾ ਗੁਰੂ ਘਰ ਨਾਲ ਜੁੜ ਗਿਆ ਤੇ ਗੁਰੂ ਘਰ ਗੁਰੂ ਸਾਹਿਬ ਜਿਹੜੇ ਛੇਵੇਂ ਪਾਤਸ਼ਾਹ ਸੀ ਉਹਨਾਂ ਨੇ ਕਿਹਾ ਬਿਧੀ ਚੰਦਾ ਤੂੰ ਗੁਰੂ ਘਰ ਆਇਆ ਜੀ ਸਦਕੇ ਸੇਵਾ ਕਰਨੀ। ਕਹਿੰਦਾ ਮਹਾਰਾਜ ਜੋ ਸੇਵਾ ਲਾਓਗੇ, ਕਹਿੰਦੇ ਫਿਰ ਤੂੰ ਏਦਾਂ ਕਰੇ ਕਿ ਸੰਗਤਾਂ ਦੇ ਜੋੜੇ ਚਾਲਿਆ ਕਰ। ਅੱਛਾ ਜੀ। ਲੰਗਰ ਛਕਾਇਆ ਕਰ, ਲੰਗਰ ਬਣਾਇਆ ਕਰ। ਜਦੋਂ ਸਵੇਰੇ ਦਰਬਾਰ ਲੱਗਦਾ ਸੀ ਤੇ ਜਿਹੜਾ ਬਾਬਾ ਬਿਧੀ ਚੰਦ ਸੀ ਆਪਣੇ ਜਿਹੜਾ ਹਜ਼ੂਰੀਆ ਪੈ ਦਾ ਗੱਲ ਚ ਉਹਨਾਂ ਸੰਗਤਾਂ ਦੇ ਜੋੜੇ ਝਾੜਦਾ ਹੁੰਦਾ ਜੀ ਤੇ ਸੰਗਤਾਂ ਜੀ ਬਹਿਣਾ ਉਹਨੂੰ ਜੋੜੇ ਚ ਬਹਿਣਾ ਹੁੰਦਾ, ਬਾਕੀ ਸੰਗਤ ਬੈਠੀ ਹੁੰਦੀ ਸੀ ਜੀ। ਤੇ ਬਾਬਾ ਬਿਧੀ ਚੰਦ ਦਾ ਇੱਕ ਦੋਸਤ ਬਚਪਨ ਦਾ ਹੈਗਾ ਸੀ ਭਾਈ ਅਦਰੀ। ਅੱਛਾ ਜੀ। ਭਾਈ ਅਦਰੀ ਜਿਹੜਾ ਸੀ ਬੜਾ ਕਰਨੀ ਵਾਲਾ ਸਾਧ ਸੀ। ਅੱਛਾ ਜੀ। ਜੋ ਮੂੰਹ ਗੱਲ ਕਰਦਾ ਸੀ ਪੂਰੀ ਹੋ ਜਾਂਦੀ ਸੀ ਲੋਕਾਂ ਦੀ। ਉਹਨੇ ਆਪਣੇ ਸੰਗੀਆਂ ਸਾਥੀਆਂ ਨੂੰ ਕਹਿਤਾ, ਆਪਣੇ ਚੇਲਿਆਂ ਨੂੰ ਕਹਿਤਾ ਜੀ ਫਲਾਣੇ ਦਿਨ ਮੈਂ ਇੱਥੋਂ ਸੱਚਖੰਡ ਵੱਲ ਕੂਚ ਕਰਨਾ ਜੀ ਤੇ ਮੈਂ ਘੋੜੇ ਸਮੇਂ ਜਾਊਂਗਾ। ਜੋ ਸਾਖੀ ਦੀ ਗੱਲ ਕਰਦਾ, ਮੈਨੂੰ ਇਹਦੇ ਬਾਰੇ ਮੈਂ ਨਹੀਂ ਕਹਿੰਦਾ ਵੀ ਉਹ ਗੱਲ ਕੀ ਹੈ।
ਉਹਦੇ ਵਿੱਚ ਕੀ ਕੀਤਾ ਵੀ ਉਹ ਕਹਿੰਦੇ ਉਹ ਘੋੜੇ ਸਣੇ ਉੱਡਿਆ। ਜੀ। ਉੱਡਣ ਦੀ ਗੱਲ ਕਰਦੇ ਤੇ ਬਾਬੇ ਨਾਨਕ ਦੇ ਟਾਈਮ ਤੇ ਸਿੱਧ ਵੀ ਉੱਡਦੇ ਸੀ ਨਾ ਸਮਾਨ ਦੇ ਵਿੱਚ। ਜਦੋਂ ਬਾਬੇ ਨਾਨਕ ਨੇ ਕਿਹਾ ਸੀ ਧੰਨ ਨਿਰੰਕਾਰ ਤੇ ਸਾਰੇ ਥੱਲੇ ਡਿੱਗਦੇ ਸੀ। ਜੀ। ਇਸ ਕਰਕੇ ਆਪਾਂ ਉਸ ਗੱਲ ਨੂੰ ਆਪਾਂ ਜੋ ਵੀ ਉਹ ਸਾਖੀ ਕਹਿੰਦੀ ਉਹ ਉੱਡਿਆ ਦਿਖਦਿਆ ਦਿਸਣ ਬੰਦ ਹੋ ਗਿਆ। ਜੀ। ਅੱਗੇ ਗਿਆ, ਅੱਗੇ ਜਾ ਕੇ ਤਾਂ ਘੋੜਾ ਰੁਕ ਜਾਂਦਾ। ਜਦੋਂ ਘੋੜਾ ਰੁਕ ਜਾਂਦਾ ਵਾ ਤੇ ਉਹ ਫਿਰ ਵੇਂਦਾ ਅੰਦਰ ਧਿਆਨ ਹੋ ਕੇ ਵੀ ਗੱਲ ਕੀ ਬਣੀ, ਉਹਦਾ ਮੇਰੀ ਸ਼ਕਤੀ ਸਹੀ ਖਤਮ ਹੋ ਗਈ ਇੱਥੇ, ਨਾ ਮੈਂ ਗਾਂਹ ਜੋਗਾ ਨਾ ਪਛਾਣ ਜੋਗਾ। ਉਹ ਆਪਣੇ ਗੁਰੂ ਨੂੰ ਧਿਆਉਂਦਾ ਫਿਰ ਨਾਲ ਗੱਲ ਕਰਦਾ। ਜੀ। ਉਹ ਦੱਸ ਵੀ ਕਹਿੰਦਾ ਮਹਾਰਾਜ ਮੈਂ ਆਹ ਦੱਸੋ ਕੀ ਕਰਾਂ, ਮੈਂ ਗਲਤੀ ਕਰ ਬੈਠਾ। ਕਹਿੰਦਾ ਗਲਤੀ ਚ ਬੜੀ ਬਲੰਡਰ ਕੀਤੀ ਯਾਰ, ਇਹ ਗਲਤੀ ਦਾ ਕੋਈ ਹੱਲ ਨਹੀਂ ਹੈਗਾ। ਅੱਛਾ ਜੀ। ਕਹਿੰਦਾ ਨਹੀਂ ਫਿਰ ਦੱਸੋ ਤੁਸੀਂ ਹੱਲ ਮਹਾਰਾਜ ਕਰੋ, ਤੁਸੀਂ ਹਾਲੇ ਤੱਕ ਕਰੋ। ਹਾਂਜੀ। ਉਹ ਕਹਿੰਦਾ ਫਿਰ ਇੱਕੋ ਹੀ ਗੱਦੀ ਦੁਨੀਆ ਦੇ ਵਿੱਚ ਹੈਗੀ ਬਾਬੇ ਨਾਨਕ ਦੀ, ਤੇ ਛੇਵੇਂ ਨਾਨਕ ਬੈਠੇ ਨੇ, ਜੇ ਤੇਰਾ ਮਸਲਾ ਕੋਈ ਹੱਲ ਕਰ ਦੇਣ ਤੇ ਫਿਰ ਠੀਕ ਹੈ, ਜੀ ਨਹੀਂ ਹੱਲ ਸਕਦਾ। ਜੀ। ਉਹ ਫਿਰ ਬਾਬਾ ਬਿਧੀ ਚੰਦ ਦਾ ਭਾਈ ਅਦਲੀ ਜਿਹੜਾ ਬਚਪਨ ਦਾ ਸਾਥੀ ਸੀਗਾ ਦੋਸਤ, ਉਹਨੂੰ ਸੁਪਨੇ 'ਚ ਮਿਲਦਾ ਫਿਰ ਭਾਈ ਬਿਧੀ ਚੰਦ ਨੂੰ, ਜਿਹੜਾ ਚੋਰ ਤੋਂ ਸਾਥ ਬਣਿਆ ਸੀ, ਮਤਲਬ ਜੋੜ ਲੱਗਾ ਗੱਲ ਉੱਤੇ। ਸੁਪਨੇ 'ਚ ਮਿਲਦਾ ਉਹਨੂੰ ਕਹਿੰਦਾ ਵੀ ਆਹ ਗੱਲ ਹੀ ਬਿਧੀ ਚੰਦਾ ਤੇ ਮੇਰਾ ਹੁਣ ਥੋੜਾ ਬੜਾ ਕੋਈ ਕਲਿਆਣ ਕਰਾ। ਜੀ। ਅਗਲੇ ਦਿਨ ਜਦੋਂ ਦਰਬਾਰ ਲੱਗਾ ਗੁਰੂ ਸਾਹਿਬ ਦਾ ਤੇ ਉਹ ਜੋੜਿਆਂ 'ਚ ਖੜਾ ਜੋੜੇ ਝਾੜਦਾ। ਜਦੋਂ ਉੱਥੇ ਕੀਰਤਨ ਹੋਇਆ ਸਭ ਕੁਛ ਹੈ, ਉਹਦੇ ਬਾਅਦ ਕੋਈ ਫਰਿਆਦੀ ਹੈਗਾ। ਜੀ। ਤੇ ਭਾਈ ਬਿਧੀ ਚੰਦ ਦੀਆਂ ਅੱਖਾਂ 'ਚ ਨੀਰ ਹੈ ਤੇ ਗੱਲ ਦੇ ਵਿੱਚ ਹਜ਼ੂਰੀ ਹੈ, ਤੇ ਹਜ਼ੂਰੀ ਨਾਲ ਹੱਥ ਜੁੜ ਕੇ ਖਲੋਤਾ ਮਹਾਰਾਜ ਹੈ। ਤੇ ਗੁਰੂ ਸਾਹਿਬ ਕਹਿੰਦੇ ਬਿਧੀ ਚੰਦਾ ਜਿਹੜੀ ਤੂੰ ਸਿਫਾਰਿਸ਼ ਲੈ ਕੇ ਉਹ ਸਿਫਾਰਿਸ਼ ਤੇਰੀ ਮਨਜ਼ੂਰ ਨਹੀਂ ਹੋਣੀ। ਤੇ ਸੰਗਤਾਂ ਕਹਿੰਦੀਆਂ ਬਾਬਾ ਜੀ ਤੁਸੀਂ ਆਪਣੀ ਕੀ ਕਹਾਣੀਆਂ ਭਾਈ ਸਾਨੂੰ ਵੀ ਦੱਸ ਦਿਓ ਮਹਾਰਾਜ, ਤੁਸੀਂ ਕਹਾਣੀ ਕੀ ਹੈਗੀ? ਜੀ। ਕਹਿੰਦੇ ਪੁੱਛੋ ਬਿਧੀ ਚੰਦ ਨੂੰ। ਤੇ ਜਦੋਂ ਕਹਿੰਦਾ ਵੀ ਮਹਾਰਾਜ ਸਭ ਤੁਸੀਂ ਜਾਣੀਏ, ਤੁਸੀਂ ਆਪ ਹੀ ਦੱਸ ਦਿਓ। ਤੇ ਜਿਹੜੀ ਘਟਨਾ ਬਾਬੇ ਬਿਧੀ ਚੰਦ ਵਾਪਰੀ ਸੀ ਉਹ ਛੇਵੇਂ ਪਾਤਸ਼ਾਹ ਨੇ ਸਾਰੀ ਹੂਬਹੂ ਸੰਗਤਾਂ ਨੂੰ ਸੁਣਾ। ਕਹਿੰਦੇ ਵੀ ਬਿਲਕੁਲ ਤੇਰੇ ਬੰਦੇ ਨੇ ਬੜੀ ਬਲੰਡਰ ਗਲਤੀ ਕੀਤੀ, ਕੋਈ ਪੀਰ ਪੈਗੰਬਰ ਕੋਈ ਵੱਡੇ ਤੋਂ ਵੱਡਾ ਵੀ ਆਪਣਾ ਸਰੀਰ ਨਾਲ ਲੈ ਕੇ ਗਿਆ, ਸਰੀਰ ਤਿਆਗ ਕੇ ਗਿਆ, ਉਹਦੀ ਆਤਮਾ ਗਈ ਸੱਚਖੰਡ ਤੇ। ਇਹ ਕੌਣ ਲੈ ਕੇ ਜਾਣ ਵਾਲਾ? ਜੀ। ਉਹ ਕਹਿੰਦਾ ਮਹਾਰਾਜ ਬਖਸ਼ੋ, ਬਖਸ਼ਣਹਾਰ ਤੁਸੀਂ। ਫਿਰ ਸੰਗਤਾਂ ਨੇ ਕਿਹਾ ਮਹਾਰਾਜ ਜੇ ਉਹਦੀ ਫਰਿਆਦ ਆਈ ਤੇ ਫਰਿਆਦ ਸੁਣੋ। ਤੇ ਗੁਰੂ ਸਾਹਿਬ ਨੇ ਉਦੋਂ ਕਿਹਾ ਸੀ ਵੀ ਬਿਧੀ ਚੰਦਾ ਤੇਰੀ ਫਰਿਆਦ ਕੀਤੀ ਹੈ, ਫਰਿਆਦ ਤੇਰੀ ਜਾਇਜ਼ ਨਹੀਂ ਸੀ, ਲੇਕਿਨ ਸੰਗਤਾਂ ਕਹਿੰਦੀਆਂ ਤੇ ਅੱਜ ਰਾਤ ਨੂੰ ਤੇਰੇ ਜਿਹੜਾ ਦੋਸਤ ਆ ਜੀ ਭਾਈ ਅਦਲੀ, ਉਹਦਾ ਜਿਹੜਾ ਸੀ ਸੱਚਖੰਡ ਪਹੁੰਚ ਜੂਗਾ, ਲੇਕਿਨ ਘੋੜਾ ਉਹਦਾ ਸਰੀਰ ਬਾਹਰ ਰਹੂਗਾ, ਸੱਚਖੰਡ ਸਿਰਫ ਆਤਮਾ ਜਾਏਗੀ। ਜੀ। ਬਾਬਾ ਬਿਧੀ ਚੰਦ ਭਾਈ ਅਦਲੀ ਦਾ ਅੱਜ ਵੀ ਬੜਾ ਤਕੜਾ ਸਥਾਨ ਚੋਲਾ ਸਾਹਿਬ ਦੇ ਕੋਲ, ਜਿੱਥੇ ਲੋਕ ਜਾਂਦੇ ਆ। ਗੁਰਦੁਆਰਾ ਬੜਾ ਵੱਡਾ ਬਣਿਆ, ਉੱਥੇ ਲੋਕ ਆਪਣੇ ਜਿਹੜੀਆਂ ਮੰਨਤਾਂ ਮੰਨਦੇ, ਸਭ ਕੁਛ ਕਰਦੇ ਆ। ਜੀ। ਉਹ ਤੇ ਬਾਬਾ ਬਿਧੀ ਚੰਦ ਚੋਰ ਤੋਂ ਸਾਥ ਬਣਿਆ ਸੀ। ਚੋਰੀ ਕਰਨ ਦੇ ਲੀਕ ਲਾਈ ਜਾਂਦੇ ਆ ਜੀ, ਲੀਕ ਲਾਈ ਜਾਂਦੇ ਚੋਲੇ ਨੂੰ ਲੀਕ ਲਾਈ ਜਾਂਦੇ। ਹੁਣ ਪਹਿਲਾਂ ਤਾਂ ਜਦੋਂ ਉਹ ਗਈ ਉੱਥੇ ਟੀਮ ਗਈ ਇਹਨਾਂ ਦੀ ਆਪਣੀ ਬੀਜੀ ਬੋਰਡ ਵਾਲੇ ਵਿਜੀਲੈਂਸ ਦੇ ਅੰਦਰ ਨਹੀਂ ਵੰਡ ਦਿੱਤਾ। ਅੱਛਾ ਜੀ। ਕਹਿੰਦੇ ਕਿਰਪਾਨਾਂ ਕੱਢਦੀਆਂ ਹੋਣਗੀਆਂ ਵੀ ਗੁੱਟ ਲਾਵਾਂਗੇ। ਹਾਂ। ਫਿਰ ਉਹਨਾਂ ਨੇ ਬਾਹਰ ਸੱਦ ਲਏ ਸਾਰੇ ਆਪਣੇ ਜਿਹੜੇ ਆਪਣੇ ਮੁਲਾਜ਼ਮ ਹੋ ਜਾਂ SCC ਨੂੰ ਸਾਰੇ ਸੱਦ ਲਏ ਉੱਥੇ। ਫਿਰ ਪੁਲਿਸ ਆ ਗਈ, ਫਿਰ ਅੰਦਰ ਗਏ ਤੇ ਫਿਰ ਸਭ ਜਾ ਕੇ ਵੇਖਿਆ ਫਿਰ ਉਹਨਾਂ ਨੇ 26 ਲੱਖ ਰੁਪਏ ਜੁਰਮਾਨਾ ਪਾਇਆ। ਜੀ। ਜੇ 26 ਲੱਖ ਜੁਰਮਾਨਾ ਪਾਇਆ, ਹੁਣ ਜੁਰਮਾਨਾ ਉਹ ਪੇ ਕਰਦੇ ਆ ਨਹੀਂ ਕਰਦੇ, ਬਾਅਦ ਦੀਆਂ ਗੱਲਾਂ, ਜਾਂ ਫਿਰ ਸਰਕਾਰ ਕਿਵੇਂ ਲਊਗੀ ਇਹ ਵੀ ਦੇਖਣਾ ਪੈਣਾ। ਲੇਕਿਨ ਸਿਰਫ ਇਹ ਵੇਖਣ ਵਾਲੀ ਗੱਲ ਹੈ ਵੀ ਬਾਬਾ ਬਿਧੀ ਚੰਦ ਚੋਰ ਤੋਂ ਸਾਧ ਬਣ ਕੇ ਆਪਣੀ ਜ਼ਿੰਦਗੀ ਸਫਲ ਕਰ ਗਿਆ, ਤੇ ਉਹਦੀ ਸੰਪਰ ਦੇ ਨਾਂ ਤੇ ਜੇ ਇਹ ਕੰਮ ਕਰਦੇ ਤੇ ਮਾੜੀ ਗੱਲ ਨਹੀਂ ਹੋਣੀ ਚਾਹੀਦੀ। ਤੇ ਹੁਣ ਆਪਾਂ ਗੱਲ ਕਰੀਏ ਤਾਂ ਗੁਰਦੁਆਰਿਆਂ ਦੇ ਗੋਲਕ ਚੋਰ ਨੇ ਸੰਗਤ ਕੋਲੋਂ ਕਿ ਕਿੱਥੇ ਮਾਮਲਾ ਹੋਇਆ ਜੀ? ਗੋਲਕ ਚੋਰ ਤਾਂ ਬਹੁਤ ਨੇ, ਤਰ੍ਹਾਂ ਤਰ੍ਹਾਂ ਦੇ ਗੋਲਕ ਚੋਰ ਹੈ, ਕਿਹੜਾ ਚੋਰ ਸੀ ਇਹ ਇਲਾਕਾ ਜੀ? ਮੇਰੇ ਖਿਆਲ ਇਹ ਤੁਹਾਡੇ ਵਾਲੇ ਪਾਸੇ ਦਾ ਹੀ ਹੈ। ਅੱਛਾ ਜੀ। ਇਹ ਅਮਰਗੜ੍ਹ ਦੀ ਗੱਲ ਆ, ਅਮਰਗੜ੍ਹ ਦੀ ਕਹਾਣੀ ਆ, ਸੰਗਰੂਰ ਦੀ ਜਿੱਥੇ ਉਹੀ ਅਮਰਗੜ੍ਹ ਜਿੱਥੇ ਬਕਾਇਦਾ ਤੇ ਜਸਵੰਤ ਸਿੰਘ ਜਿਹੜੇ ਸਾਡੇ ਹੈਗੇ ਨੇ MLA ਸਾਹਿਬ ਜਿਹੜੇ ਸੀ, ਉਹਨਾਂ ਤੇ ਰੇਡ ਹੋਇਆ ਸੀ। ਹਾਂਜੀ। ਉਹਨਾਂ ਤੇ ਜਿਹੜਾ ਰੇਡ ਹੋਇਆ ਸੀ ਉਹਨਾਂ ਦੀ ਕਹਾਣੀ ਆਏ ਵੀ ਇਹਨਾਂ ਦੇ ਉੱਤੇ ਜਦੋਂ ਰੇਡ ਇਹ ਜਿਹੜੇ ਹੈਗੇ ਨੇ ਮਾਨਯੋਗ ਸਾਡੇ ਬਾਬਾ ਜੀ, ਇੱਥੇ ਇੱਕ ਆਨੰਦਸਰ ਗੁਰਦੁਆਰਾ ਹੈਗਾ ਜੀ। ਤੇ ਆਨੰਦਸਰ ਗੁਰਦੁਆਰੇ ਦੇ ਵਿੱਚ ਐਤਵਾਰ ਨੂੰ ਜਿਹੜੀ ਬੜਾ ਚੜਾਵਾ ਚੜਦਾ, ਉੱਥੇ ਬੜੀ ਸੰਗਤ ਆਉਂਦੀ ਹੈ। ਕਰੀਬ 90,000 ਰੁਪਏ ਲੱਖ ਰੁਪਏ ਦਾ ਬੰਦਾ ਉੱਧਰ। ਜੀ। ਜਿਹੜਾ ਸੇਵਾ ਸਿੰਘ ਇੱਕ ਨਵਾਂ ਪ੍ਰਧਾਨ ਆਇਆ, ਉਹ 24/3 ਨੂੰ ਜੁਆਇਨ ਕੀਤਾ ਉਹਨੇ ਜਦੋਂ ਤੌਰ ਤਰੀਕਾ ਵੇਖਿਆ ਨਾ, ਅਵਤਾਰ ਸਿੰਘ ਇੱਕ ਇਹਨਾਂ ਦਾ ਘੂਕਰ ਕੀ ਹੈਗਾ ਉਹਦਾ, ਉਹ ਉਹਦਾ ਆਪਣਾ PA ਵੀ ਹੈਗਾ MLA ਸਾਹਿਬ ਦਾ।
ਜੀ ਉਹ ਪੀਏ ਵੇਗਾ ਉਹਨਾਂ ਦਾ, ਉਹ ਉੱਥੇ ਗੋਲ ਕੀ ਗਿਣਦਾ ਸੀ ਜੀ, ਹਰ ਵਾਰੀ ਗੋਲ ਗਿਣਦਾ ਸੀ ਤੇ ਉਹਨੂੰ ਸ਼ੱਕ ਕੀਤਾ ਵੀ ਗੋਲ ਦੀ ਗੋਲ ਕਦੀ ਕਦੇ ਗੜਬੜ ਵੀ ਹੁੰਦੀ ਆ। ਤੇ ਉਹਨਾਂ ਨੇ ਕੀ ਕੀਤਾ, ਉੱਥੇ ਕੈਮਰੇ ਲਵਾਤੇ ਜੀ। ਹੁਣ ਉਹਨੂੰ ਨਹੀਂ ਸੀ ਪਤਾ ਕੈਮਰੇ ਲੱਗੇ ਆ ਜੀ। ਜਦੋਂ ਗੋਲਕ ਗਿਣ ਲੱਗੇ ਤੇ ਉਹਨੇ ਗੋਲਕ ਤੇ ਆਪਣੇ ਜਿਹੜੇ ਸੀ ਪੈਸੇ ਪੁੱਛੇ ਥੋੜੇ ਵਾਲੇ ਪਾ ਲਏ। ਅੱਛਾ ਜੀ। ਤੇ ਜਦੋਂ ਪੈਸੇ ਪਾ ਲਏ ਤੇ ਫਿਰ ਤੁਹਾਨੂੰ ਪਤਾ ਵੀ ਗੋਲ ਕੈਮਰੇ ਤੇ ਮਾਫ ਨਹੀਂ ਕਰਨਾ। ਹਾਂ, ਕੈਮਰਾ ਨਹੀਂ ਮਾਫ ਕਰ ਦੋ, ਇੱਕ ਤਾਂ ਹੋਰ ਵੀ ਹਾਂ ਉਹਨੇ ਕਿਹਾ ਨਿਕਲਾ ਆਓ ਜੀ ਆਇਆਂ ਨੂੰ ਜੀ ਤੁਹਾਡਾ ਇੰਤਜ਼ਾਰ ਸੀਗਾ। ਹਾਂ ਉਹ ਕੈਮਰੇ ਨੇ ਮਾਫ ਨਹੀਂ ਕੀਤਾ ਜੀ। ਜਦੋਂ ਕੈਮਰੇ ਤੇ ਮਾਫ ਨਹੀਂ ਕੀਤਾ ਤੇ ਉਹਨਾਂ ਅਗਲੇ ਨੇ ਕੈਮਰਾ ਖੋਲ ਕੇ ਵੇਖਿਆ ਤੇ ਉਹਨੂੰ ਕਿਹਾ ਭਾਈ ਆਹ ਵੇਖ ਆ ਫੋਟੋ ਤੇਰੀ ਆ ਕਿਸੇ ਹੋਰ ਦੀ ਆ ਜੋ ਤੂੰ ਕਰਨ ਡਿਆ ਜੀ। ਕਹਿੰਦਾ ਮੇਰੀ ਹੈ। ਜਦੋਂ ਉਹਨੇ ਕਿਹਾ ਮੇਰੀ ਆ ਤੇ ਠੀਕ ਹੈ, ਸਾਬਤ ਹੋ ਗਿਆ। ਹੁਣ ਉਹਨਾਂ ਨੇ ਕੀ ਕੀਤਾ, ਉੱਥੇ ਮੈਨੇਜਮੈਂਟ ਬੈਠੀ, ਲੋਕ ਇਕੱਠੇ ਹੋ ਗਏ, ਲੋਕ ਕਹਿੰਦੇ ਵੀ ਇਹਦੇ ਬੰਦੇ ਦੇ ਖਿਲਾਫ ਪਰਚਾ ਦਰਜ ਕਰੋ। ਅੱਛਾ ਜੀ। ਮੈਨੇਜਮੈਂਟ ਨੇ ਫੈਸਲਾ ਕਰ ਲਿਆ ਕਿ ਨਹੀਂ ਯਾਰ, ਇਹਨੂੰ 50,000 ਰੁਪਏ ਜੁਰਮਾਨਾ ਪਾਤਾ ਤੇ ਇਹਨੂੰ ਪੱਕੇ ਤੌਰ ਤੇ ਖੜ ਦਿੱਤਾ ਵੀ ਤੂੰ ਅੱਜ ਤੋਂ ਬਾਅਦ ਗੁਰਦੁਆਰੇ ਦੀ ਇਹ ਸੇਵਾ ਨਹੀਂ ਕਰ। ਅੱਛਾ ਜੀ। ਇਹ ਮੈਨੇਜਮੈਂਟ ਨਹੀਂ ਆਪੇ ਕਰੂ। ਹੁਣ ਉਹਨੂੰ ਵਿਚਾਰੇ ਨੂੰ ਕੱਢਤਾ 50,000 ਰੁਪਏ, ਉਹਨੇ ਹਫ਼ਤੇ ਬਾਅਦ ਦੇਣ ਦੀ ਗੱਲ ਕਰ ਲਈ ਤੇ ਹੱਥ ਜੋੜ ਕੇ ਸੰਗਤ ਨੂੰ ਮਾਫੀ ਮੰਗੀ, ਸਮਝ ਜੀ ਤੂੰ ਗਲਤੀ ਹੋ ਗਈ ਜੀ। ਤੇ ਉਹਨੇ ਤੇ ਮਾਫੀ ਮੰਗ ਲਈ। ਆ ਜਿਹੜੇ ਵੱਡੇ ਨੇ ਲੁੱਟੀ ਜਾਂਦੇ ਉਹਨਾਂ ਕੀ ਕਰਾਂਗੇ ਆਪਾਂ? ਹਾਂ, ਬਿਲਕੁਲ ਗੱਲ ਤਾਂ ਸਿਆਣੀ ਹੈ। ਹੁਣ ਉਹ ਜਿਹੜੇ ਲੋਕ ਤੇ ਨੌਜਵਾਨ ਕਹਿੰਦੇ ਵੀ ਇਹਦਾ ਇਹ ਸਿਰਫ 50,000 ਨਹੀਂ 40 ਲੱਖ ਦਾ ਗਬਨ ਕੀਤਾ ਇਹਨੇ ਸਾਡੇ ਹਿਸਾਬ ਨਾਲ ਜੀ। ਇਹ ਤੋਂ 40 ਲੱਖ ਵਸੂਲੋ। ਹੁਣ ਜਿਹੜੀ ਮੈਨੇਜਮੈਂਟ ਫਸੀ ਪਈ ਹੈ ਜੀ, ਉਹ ਐਮਐਲਏ ਦਾ ਪੀਏ ਪਰਚਾ ਦਰਜ ਕਰੋ ਤੇ ਐਮਐਲਏ ਨਾਰਾਜ਼ ਹੁੰਦਾ ਵਾ ਤੇ ਜੇ ਨਹੀਂ ਤੇ ਸੰਗਤ ਨਾਰਾਜ਼ ਹੁੰਦੀ ਹੈ। ਬਿਲਕੁਲ ਬਿਲਕੁਲ। ਉਹਨਾਂ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਭਾਈ ਚਲੋ ਠੀਕ ਹੈ 50,000 ਰੁਪਏ ਜੁਰਮਾਨਾ ਪਾਤਾ, ਮਾਫੀ ਜਨਤਕ ਤੌਰ ਤੇ ਮੰਗ ਲਈ ਹੈ, ਕੋਈ ਗੱਲ ਨਹੀਂ, ਜਾਣਦੇ ਗੁੱਸੇ ਨੂੰ। ਅੱਗੇ ਵੇਖੋ ਅਜੇ ਮਾਮਲਾ ਲਿਖਿਆ ਜਾ ਰਿਹਾ ਕੀ ਬਣਦਾ ਜੀ। ਤੇ ਢਿੱਲੋਂ ਸਾਹਿਬ ਉਹ ਤਾਂ ਗੱਲ, ਆਪਣੇ ਪੱਟੀ ਸਾਹਿਬ ਉਹ ਤਾਂ ਗੱਲ ਕਹੀ ਆ, ਉਧਰ ਕਹਿੰਦੇ ਹਾਈ ਕੋਰਟ ਕਹਿੰਦੀ ਆ ਵੱਡੀਆਂ ਜਿਨ੍ਹਾਂ ਨੇ ਗੋਗੜਾਂ ਕੀਤੀਆਂ ਪੁਲਿਸ ਵਾਲਿਆਂ ਨੇ ਉਹਨਾਂ ਦਾ ਹਿਸਾਬ ਕਿਤਾਬ ਦਿਓ। ਇਹ ਜੀ ਹਰਿਆਣੇ ਦੀ ਖਬਰ ਹੈ ਜੀ। ਹਰਿਆਣੇ ਦੇ ਵਿੱਚ ਜਿਹੜੇ ਆਬਕਾਰੀ ਦੇ ਤੇ ਜਿਹੜੇ ਦੂਸਰੇ ਪੀਓ ਵਗੈਰਾ ਸੀ ਇਹਨਾਂ ਦੇ ਹੈਗੇ ਸੀ ਨਸ਼ਾ ਵਾਲੇ, ਆਬਕਾਰੀ ਦੇ ਵਿੱਚ 4,664 ਤੇ ਜਿਹੜੇ ਦੂਜੇ 1,005 ਜੀ ਇੰਨੇ ਮੁਕੱਦਮੇ ਦਰਜ ਕੀਤੇ ਤੇ ਬਹੁਤ ਸਾਰੇ ਜਿਹੜੇ ਮੁਲਜ਼ਮ ਆ ਉਹ ਪੁਲਿਸ ਕੋਲੋਂ ਭੱਜ ਗਏ। ਅੱਛਾ ਜੀ। ਉਹ ਹਾਈ ਕੋਰਟ ਨੇ ਪੁੱਛਿਆ ਭੱਜਣ ਦਾ ਕਾਰਨ ਕੀ ਆ? ਇੱਕ ਵਕੀਲ ਨੇ ਕਿਹਾ ਜੀ ਪਹਿਲਾਂ ਤੁਸੀਂ ਨੇ ਟ੍ਰੇਸਿੰਗ ਕਰੋ ਕਿੰਨੀਆਂ ਗੋਗੜਾਂ ਫੜ ਸਕਦੇ ਭੱਜ ਗਏ। ਅੱਛਾ। ਹਾਈ ਕੋਰਟ ਨੇ ਬਕਾਇਦਾ ਤੌਰ ਤੇ ਹਰਿਆਣਾ ਸਰਕਾਰ ਨੂੰ ਕਹਿ ਦਿੱਤਾ ਵੀ ਸਾਰੇ ਐਸਐਸਪੀ ਨੂੰ ਆਰਡਰ ਕਰੋ ਵੀ ਐਸਐਸਪੀ ਆਪਣੇ ਜਿੰਨੇ ਗੋਗੜਾਂ ਵਾਲੇ ਤੁਹਾਨੂੰ ਦੱਸਣੇ ਕਿੰਨੇ ਨਹੀਂ ਗੋਗੜਾਂ ਵਾਲੇ ਬੰਦੇ ਜਿਹੜੇ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਫਿੱਟ ਕਰਨ ਵਾਸਤੇ ਜਿਹੜੀ ਆ ਉੱਥੋਂ ਦੀ ਗਵਰਨਮੈਂਟ ਤੇ ਉੱਥੇ ਦੀ ਸਰਕਾਰ ਕੀ ਪੁਲਿਸ ਅਧਿਕਾਰੀ ਕੀ ਕਰ ਰਹੇ ਜੀ। ਤੇ ਜੇ ਪੁਲਿਸ ਅਧਿਕਾਰੀ ਆਪਣੇ ਡੀਜੀਪੀ ਦੀ ਆਪਣੀ ਗੂਗਲ ਪੈਂਦੀ ਉਹ ਤਾਂ ਕਿਸੇ ਦਾ ਕੀ ਵਿਗਾੜ ਲੂ। ਹਾਈ ਕੋਰਟ ਨੇ ਹਾਲ ਦੀ ਕੜੀ ਕਿਹਾ ਵੀ ਆਹ ਜਿਹੜੇ ਬੰਦੇ ਭਗੌੜੇ ਹੋਏ ਆ ਇਹਨਾਂ ਦੀਆਂ ਗੂਗਲਾਂ ਕਰਕੇ ਭੱਜੇ ਫੜ ਨਹੀਂ ਸਕਦੇ, ਬੰਦੇ ਭੱਜ ਗਏ ਤੇ ਇਹ ਜ਼ਿੰਮੇਵਾਰ ਨੇ ਜੀ। ਇਸ ਕਰਕੇ ਇਹ ਰਿਪੋਰਟ ਸਬਮਿਟ ਕੀਤੀ ਜਾਵੇ ਤੇ ਅਗਲੇ ਦਿਨਾਂ 'ਚ ਉਮੀਦ ਆ ਵੀ ਪੰਜਾਬ ਦੀ ਰਿਪੋਰਟ ਵੀ ਸਬਮਿਟ ਕਰ ਲੈਣੀ ਉਹਨਾਂ ਨੇ ਜੀ। ਜੀ ਧੰਨਵਾਦ ਸਾਹਿਬ। ਜੀ ਜੀ। ਆਪਣਾ ਪੱਟੀ ਸਾਹਿਬ ਗੱਲ ਕਰੀਏ ਤਾਂ ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਦਾਲਤ ਦੇ ਉਸ ਫੈਸਲੇ ਤੇ ਜਿੱਥੇ ਕੰਪਿਊਟਰ ਦੀ ਗਲਤੀ ਨਾਲ ਜੇ ਕਿਸੇ ਦੇ ਪੈਨਸ਼ਨ ਚਲੀ ਜਾਂਦੀ ਹੈ। ਪਹਿਲਾ ਫੈਸਲਾ ਆਇਆ ਸੀਗਾ ਕਿ ਜੇ ਤੁਹਾਨੂੰ ਰਾਹ ਜਾਂਦਿਆਂ ਕਿਸੇ ਦੇ ਪੈਸੇ ਡਿੱਗੇ ਮਿਲ ਗਏ ਤਾਂ ਉਹਨੂੰ ਚੋਰੀ ਨਹੀਂ ਕਹਿ ਸਕਦੇ ਤੁਸੀਂ। ਇਸੇ ਤਰ੍ਹਾਂ ਜਿਹੜਾ ਕਹਿੰਦੇ ਜੇ ਕਿਸੇ ਦੇ ਜੇਬ 'ਚ ਪੈਨਸ਼ਨ ਚਲੀ ਗਈ ਤੁਹਾਡੀ ਗਲਤੀ ਹੈ ਤੇ ਭੁਗਤੇ ਕਿਉਂ ਅਗਲਾ? ਆ ਪਿੱਛੇ ਜੇ ਕਹਿੰਦੇ ਔਰਤਾਂ ਤੋਂ ਮੰਗ ਲਈ ਸੀ ਇਹਨਾਂ ਨੇ ਵੱਧ ਗਈ ਹੋਈ। ਜੀ 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 ਜੀ। ਉਹ ਇਹ ਹੈਗੀ ਹੈ ਜੀ ਪੰਜਾਬ ਤੇ ਹਰਿਆਣਾ ਕੋਸ ਨਾਲ ਜੁੜਦੀ ਹੈ ਜੀ। ਇਹ ਕੋਈ ਬੀਐਸਐਫ ਦਾ ਅਧਿਕਾਰੀ ਜਿਹੜਾ ਸੀ ਉਹਦੀ ਮੌਤ ਹੋ ਗਈ ਸੀ ਤੇ ਉਹਦੀ ਪਤਨੀ ਬਕਾਇਦਾ ਤੌਰ ਤੇ ਉਹਦੀ ਪੈਨਸ਼ਨ ਲੈ ਰਹੀ ਸੀ। ਅੱਛਾ ਜੀ। ਉਹ ਪੈਨਸ਼ਨ ਕੀ ਕੀਤਾ ਵੀ ਕੰਪਿਊਟਰ ਦੀ ਗਲਤੀ ਨਾਲ ਉਹਦੇ ਖਾਤੇ 'ਚ ਪੈਨਸ਼ਨ ਵੱਧ ਪੈਂਦੀ ਰਹੀ। ਹੁਣ ਇਹ ਕਹਿੰਦੇ ਪੈਨਸ਼ਨ ਵਾਪਸ ਕਰਨੀ, ਉਹ ਮੈਂ ਕਿੱਥੋਂ ਕਰਾਂ ਜੀ, ਮੈਂ ਤੇ ਵਿਧਵਾ ਜਨਾਨੀ, ਮੈਂ ਤੇ ਮਾੜਾ ਮੋਟਾ ਗੁਜ਼ਾਰਾ ਕਰਦੀ ਸੀ ਆਪਣਾ। ਜਦੋਂ ਉਹਨਾਂ ਬਹੁਤਾ ਦਬਾਅ ਪਾਇਆ ਵੀ ਤੇਰੀ ਜ਼ਮੀਨ ਕੁਰ ਕਰ ਦੇਂਗੇ, ਫਲਾਨ ਕਰ ਦੇਂਗੇ ਤੇ ਪੈਨਸ਼ਨ ਬੰਦ ਕਰ ਦਿੱਤੀ ਜੀ। ਉਹ ਹਾਈ ਕੋਰਟ ਚਲੀ ਗਈ। ਹਾਈ ਕੋਰਟ ਨੇ ਜੱਜ ਨੇ ਕਹਿ ਦਿੱਤਾ ਇੰਨੀ ਗੱਲ ਵੀ ਜਦੋਂ ਭਾਈ ਤੁਹਾਡੇ ਕੰਪਿਊਟਰ ਦੀ ਗਲਤੀ, ਉਹਦੀ ਕੋਈ ਗਲਤੀ ਨੂੰ ਪੈਨਸ਼ਨ ਕਿਉਂ ਵਾਪਸ ਕਰਿਓ? ਤੁਸੀਂ ਆਪਣਾ ਕੰਪਿਊਟਰ ਸਹੀ ਰੱਖੋ, ਕਿਉਂ ਨਹੀਂ ਰੱਖਿਆ ਤੁਸੀਂ ਆਪਣਾ ਕੰਪਿਊਟਰ? ਇਸ ਕਰਕੇ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਆ ਵੀ ਇਹ ਆਪਣੀ ਪੈਨਸ਼ਨ ਬਿਲਕੁਲ ਵਾਪਸ ਨਹੀਂ ਕਰੇਗੀ। ਇਹ ਪੈਨਸ਼ਨ ਇਹਦੀ ਹੋਗੀ ਜਿਹੜੀ ਤੋਂ ਚਲੀ ਗਈ ਆ
ਇਹ ਪਠਾਨਕੋਟ ਦੀ ਮਹਿਲਾ ਤੇ ਇਹਨੇ ਆਪਣੀ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ, ਮੇਰੀ ਪੈਨਸ਼ਨ ਬੰਦ ਕਰਤੀ ਜੀ। 1 2008 ਤੋਂ ਲੈ ਕੇ 28 ਜੋ 2013 ਤੱਕ ਇਹ ਗਲਤ ਪੈਨਸ਼ਨ ਦੇ ਖਾਤੇ ਜਾਂਦੀ ਰਹੀ ਸੀ ਜੀ। ਤੇ ਜਿਹਦੇ ਕਰਕੇ ਹੁਣ ਉਹਦੀ ਪੈਨਸ਼ਨ ਵੀ ਚਾਲੂ ਹੋ ਜੂਗੀ, ਬਕਾਇਆ ਵੀ ਮਿਲ ਜਾਣਗੇ ਤੇ ਸਭ ਕੁਝ ਮਿਲ ਜੂਗਾ। ਤੇ ਹਾਈ ਕੋਰਟ ਨੇ ਕਹਿਤਾ ਉਹਦੀ ਕੋਈ ਗਲਤੀ ਨਹੀਂ, ਉਹਨੇ ਖਾਤੇ 'ਚ ਪੈਨਸ਼ਨ ਨਹੀਂ ਉਹਨੇ ਅਵੇਲ ਕੀਤੀ ਹੈ, ਇਹ ਗਲਤੀ ਤੁਹਾਡੀ ਹੈ, ਤੁਸੀਂ ਭੁਗਤੋ। ਬਿਲਕੁਲ 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 ਬਿਲਕੁਲ। ਤੇ ਪੱਟੀ ਸਾਹਿਬ, ਆਪਾਂ ਨਾਲ ਦੀ ਨਾਲ ਜਿਹੜੀ ਗੱਲ ਕਰੀਏ ਤਾਂ ਸਿੱਧੂ ਨੇ ਜਿਹੜਾ ਕਿਹਾ ਕਿ ਨਗਰ ਨਿਗਮਾਂ ਦੀ ਜਿਹੜੀਆਂ ਜ਼ਮੀਨਾਂ ਨੇ ਉਹ ਕੌਡੀਆਂ ਦੇ ਭਾਅ ਨੱਪੀਆਂ ਪਈਆਂ ਨੇ। ਨਗਰ ਨਿਗਮਾਂ ਕੀ ਸਰਕਾਰ ਦੀਆਂ ਜ਼ਮੀਨਾਂ ਭਾਵੇਂ ਪੁੱਡਾ ਦੀਆਂ ਹੈ ਤੇ ਹੋਰ ਹੈ, ਆ ਬਠਿੰਡੇ ਹੀ ਦੇਖ ਲਈਏ ਤਾਂ ਇੱਥੇ ਘੱਟੋ ਘੱਟ 40,000 ਰੁਪਏ ਪ੍ਰਤੀ ਗਜ ਦੀ ਜਿਹੜੀ ਜ਼ਮੀਨ ਹੈ ਉਹ ਨੱਪ ਰੱਖੀ ਹੈ ਲੋਕਾਂ ਨੇ। ਤੇ ਇਹਦੇ ਉੱਤੇ ਵੀ ਉਹ ਕਹਿੰਦੇ ਭਾਈ ਇੱਧਰ ਵੀ ਧਿਆਨ ਦਿਓ ਥੋੜਾ ਜਿਹਾ, ਸਿੱਧੂ ਸਾਹਿਬ ਕਹਿੰਦੇ। ਬਿਲਕੁਲ ਜੀ, ਸਿੱਧੂ ਸਾਹਿਬ ਨੇ ਬਕਾਇਦਾ ਤੌਰ ਤੇ ਆਪਣਾ ਇੱਕ ਟਵੀਟ ਕੀਤਾ ਕਿ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ ਜੀ। ਆ ਪਿੰਡਾਂ ਵਾਸਤੇ ਗਰੀਬ ਕਿਸਾਨਾਂ ਵਾਲੇ ਪਾਸੇ ਤੁਸੀਂ ਹੋਏ, ਸ਼ਹਿਰੀ ਖੇਤਰ ਨਗਰ ਨਿਗਮ ਜਿਵੇਂ ਆਪਾਂ ਗੱਲ ਹੀ ਕੀਤੀ ਹੈ, ਜਿਹੜੀ 2.25 ਕਰੋੜ ਦੀ ਜ਼ਮੀਨ ਕਿੱਲਾ ਸੀ ਉਹ 43 ਲੱਖ ਨੂੰ ਤੁਸੀਂ ਦੇਤੀ। ਕਹਿੰਦੇ ਸ਼ਹਿਰਾਂ ਤੇ ਇਹੋ ਜਿਹੇ ਕੱਪੜੇ ਬੜੇ ਵੱਡੇ ਹੋ ਗਏ ਜੀ। ਜੇ ਵਾਕਈ ਤੁਸੀਂ ਆਪਣਾ ਖਜ਼ਾਨਾ ਭਰਨਾ ਚਾਹੁੰਦੇ ਤੇ ਨਗਰ ਨਿਗਮ ਦੀ ਜ਼ਮੀਨਾਂ ਵੇਖੋ ਜਿੱਥੇ ਲੋਕਾਂ ਨੇ ਤੇ ਪੋਲੀਟੀਸ਼ੀਅਨ ਨੇ ਕਬਜ਼ੇ ਕੀਤੇ ਨੇ। ਜੇ ਛੁਡਵਾ ਸਕਦੇ ਉਹ ਛੁਡਾ ਲਿਓ ਜਾਂ ਉਹਨਾਂ ਕੋਲ ਰਾਇਲਟੀ ਲੈ ਲਓ ਤਾਂ ਕਿ ਖਜ਼ਾਨੇ ਦੀ ਕੀ ਮਾਰੀ ਮੋਟੀ ਕੁਛ 4 ਛਿੱਲੜ ਤਾਂ ਹੁਣ ਖਜ਼ਾਨੇ ਨੂੰ 4 ਛਿੱਲੜ ਹੋਣ। ਅੱਜ ਤੇ ਸਾਡੇ ਜਿਹੜੇ ਸੰਧਵਾ ਸਾਹਿਬ ਨੇ ਕਹਿ ਦਿੱਤਾ ਸੀਗਾ ਜੀ, ਕਹਿੰਦੇ ਜੀ ਉਹ ਖਜ਼ਾਨਾ ਜਿਹੜੇ ਪਹਿਲੇ ਗਏ ਉਹ ਚੱਟ ਹੀ ਗਏ ਸੱਲਾ ਨਹੀਂ ਰਹਿਣ ਦਿੱਤਾ। ਬਾਕੀ ਦੱਸੋ ਅਸੀਂ ਕੀ ਕਰੀਏ। ਇਸ ਕਰਕੇ ਜਿਹੜਾ 1000 ਰੁਪਏ ਜਿਹੜਾ ਨਾ ਬੀਬੀਆਂ ਨੂੰ ਜੀ ਉਹ ਅਜੇ ਵੇਟ ਕਰੋ, ਅਜੇ ਦੀ ਮਿਲਣਾ ਉਹ ਸਮਾਂ ਲੱਗੂ ਇਸ ਗੱਲ। ਇਸ ਕਰਕੇ ਜਿਹੜਾ ਉਹਨਾਂ ਸਿੱਖਿਆ ਕਿ ਨਗਰ ਨਿਗਮਾਂ ਦੇ ਘੇਰੇ ਜਿਹੜੀ ਜ਼ਮੀਨ ਪੱਟੀ ਸਾਹਿਬ ਜੇ ਤਮਾਮ ਗੱਲ ਕਰੀਏ ਤਾਂ ਪੰਜਾਬ ਦੀ ਸਰਕਾਰੀ ਜ਼ਮੀਨ ਇੰਨੀ ਕੁ ਮਹਿੰਗੀਆਂ ਜ਼ਮੀਨਾਂ ਨੇ ਜਿਹੜੀਆਂ ਨਜਾਇਜ਼ ਕਬਜ਼ਿਆਂ ਦੇ ਹੇਠਾਂ। ਮੈਨੂੰ ਲੱਗਦਾ ਜੇ ਉਹੀ ਉਹਦਾ ਅੱਧ ਵੀ ਛਡਾ ਲਈਏ ਤਾਂ ਮੈਨੂੰ ਲੱਗਦਾ ਪੰਜਾਬ ਦਾ ਖਜ਼ਾਨੇ ਦੇ ਉੱਤੇ ਤਾਂ ਜਿਹਨੂੰ ਮੋਟੀ ਚਾਟੀ ਵਾਲੀ ਮਲਾਈ ਹੁੰਦੀ ਹੈ ਉਹ ਆ ਜੂਗੀ। ਤੁਸੀਂ ਏਦਾਂ ਕਰ ਲਓ ਜੀ, ਸਾਰੇ ਪੰਜਾਬ ਨੂੰ ਛੱਡ ਦਿਓ ਜੀ, ਚੰਡੀਗੜ੍ਹ ਦੇ ਘੇਰੇ ਜਿੰਨੇ ਜ਼ਮੀਨਾਂ ਕਬਜ਼ਾ ਉਹ ਕਰਾ ਦਿਓ। ਉਹਦੇ ਨਾਲ ਤੁਹਾਡੇ ਕਰਜ਼ੇ ਵੀ ਲੈ ਜਾਣਗੇ, ਖਜ਼ਾਨਾ ਵੀ ਭਰ ਜੂ, ਜਿਹੜੇ ਤੁਸੀਂ ਗਰੰਟੀ ਦਿੱਤੀ ਉਹ ਪੂਰੀਆਂ ਹੋ ਜਾਣਗੀਆਂ। ਸਾਰਾ ਕੁਝ ਹੀ ਪਰ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਗੱਲ ਤੇ ਬਾਣੀ ਉੱਥੇ ਆ ਕੇ ਸਰਕਾਰ ਨੇ ਵੀ ਗੋਡੇ ਟੇਕ ਦੇਣੇ। ਨਹੀਂ ਜੀ ਇਹ ਵੱਡੇ ਬੰਦੇ ਨੇ, ਉਹਨਾਂ ਆ ਤੇ ਕੋਰਟ ਭੇਜਣਾ ਵੀ ਕੋਰਟ ਚੱਲ ਜਾਓ ਤੁਸੀਂ, ਕੋਈ ਨਹੀਂ ਸਟੇ ਲਿਆ ਮੁੜ ਕੇ ਸਾਡੇ 5 ਸਾਲ ਲੰਘ ਜਾਣ ਇੰਟਰਨਲ ਫਿਰ ਵੇਖੀ ਜਾਓ। ਇਹ ਗੱਲ ਠੀਕ ਹੈ ਰਾਜੇਵਾਲ ਸਾਹਿਬ ਦੀ ਤੇ ਸਿੱਧੂ ਸਾਹਿਬ ਦੀ। ਜੇ ਤੁਸੀਂ ਆਪਣੀ ਵਾਕਈ ਗੋਲਕਾਂ ਭਰਨੀਆਂ ਖਜ਼ਾਨਾ ਭਰਨਾ ਤੇ ਸ਼ਹਿਰ ਵਾਲੇ ਪਾਸੇ ਕੂਚ ਕਰੋ। ਜਿਹੜੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਆ ਉਹ ਆ, ਚੰਦਰ ਸ਼ੇਖਰ ਦੀ ਜਿਹੜੀ ਰਿਪੋਰਟ ਉਹ ਉਹਨੂੰ ਕੱਢ ਕੇ ਬਾਹਰ ਤੋਂ ਹਵਾ ਵੱਲਵਾਓ, ਮਾੜੀ ਬੁੱਢੀ ਸੁੱਕੀ ਉਹਦੇ ਕੋਲ ਖਾਣ ਲਈ ਆ ਜੀ, ਫਿਰ ਉੱਤੇ ਅਮਲ ਕਰੋ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਨੇ ਤੇ ਡਾਕਟਰ ਸ਼ਿਖਾ ਮੇਰੇ ਕੋਲੇ ਸਟੂਡੀਓ ਦੇ ਵਿੱਚ ਪਹੁੰਚ ਗਏ ਨੇ। ਤੇ ਫੋਨ ਨੰਬਰ ਜਿਹੜੇ ਨੇ ਤੁਹਾਨੂੰ ਯਾਦ ਹੀ ਆ 9216410666 ਤੇ 9814910666 ਦੇ ਉੱਤੇ ਤੁਸੀਂ ਆਪਣੀ ਜਿਹੜੀਆਂ ਗੱਲਾਂ ਨੇ ਉਹ ਗੱਲ ਸੁਣੋ। ਤੁਹਾਡੇ ਸਵਾਲਾਤ ਨੇ, ਤੁਹਾਡੀਆਂ ਅੱਖਾਂ ਦੇ ਸੰਬੰਧ ਦੇ ਵਿੱਚ ਕਿੰਨੇ ਪ੍ਰਕਾਰ ਦੇ ਮੋਤੀਏ ਨੇ, ਕੀ ਅੱਖਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਹੋਰ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਪੱਟੀ ਸਾਹਿਬ ਤੋਂ ਬਾਅਦ। ਤੇ ਪੱਟੀ ਸਾਹਿਬ ਜਾਂਦੇ ਜਾਂਦੇ ਇੱਕ ਚੀਜ਼ ਇਹ ਵੀ ਦੱਸ ਦਿਓ, ਕਹਿੰਦੇ ਸੱਚ ਬੋਲਣ ਵਾਲੇ ਨੂੰ ਫਿਰ ਜਿਹੜਾ ਸਲੀਬ ਦੇ ਉੱਤੇ ਟੰਗ ਦਿੱਤਾ ਗਿਆ ਤੇ ABP ਵਾਲੇ ਇਹ ਬੜੀ ਇੰਪੋਰਟੈਂਟ ਨਿਊਜ਼ ਸੀ ਜੀ। ਰਵੀ ਕਾਂਤ ਇੱਕ ਲਖਨਊ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ, ਆਮ ਤੌਰ ਤੇ ਟੀਵੀਆਂ ਦੇ ਉੱਤੇ YouTube ਦੇ ਉੱਤੇ ਉਹਨਾਂ ਦੇ ਆਮ ਦਰਸ਼ਨ ਕੀਤੇ ਜਾ ਸਕਦੇ ਜੀ ਜੀ। ਕਾਫੀ ਇੰਟੈਲੀਜੈਂਟ ਬੰਦੇ ਦੇ, ਕਾਫੀ ਸਟੱਡੀ ਉਹਨਾਂ ਦੀ ਹੈ ਜੀ। ਤੇ ਰਵੀ ਕਾਂਤ ਹੋਰਾਂ ਨੇ ਜਿਹੜਾ ਸੀ ਇੱਕ ਕਿਹਾ ਸੀ ਕਿ ਇੱਕ ਤੁਹਾਨੂੰ ਹੈਗਾ ਪਤਾ ਤੇ ਸੁਭਾਸ਼ ਚੰਦਰ ਬੋਸ ਦੇ ਖਿਲਾਫ ਇੱਕ ਵੀਰ ਸੀ ਸੀਤਾਰਮਨ ਜੀ ਜੀ, ਡਾਕਟਰ ਸੀਤਾਰਮਨ। ਉਹਨੇ ਕਾਂਗਰਸ ਦੇ ਪ੍ਰਧਾਨ ਦੀ ਚੋਣ ਲੜੀ ਸੀਗੀ ਤੇ ਉਹ ਬੜਾ ਨੇੜੇ ਸੀ ਮਹਾਤਮਾ ਗਾਂਧੀ ਤੇ ਸੁਭਾਸ਼ ਚੰਦਰ ਬੋਸ ਜਿੱਤ ਗਿਆ ਸੀ ਤੇ ਉਹ ਹਾਰ ਗਿਆ। ਤੇ ਗਾਂਧੀ ਨੇ ਟਿੱਪਣੀ ਕੀਤੀ ਸੀ ਦੁੱਧ, ਫਿਰ ਉਹ ਸੁਭਾਸ਼ ਚੰਦਰ ਬੋਸ ਨੇ ਜਾ ਕੇ ਮਾਫੀ ਮੰਗੀ ਸੀ, ਵੇਖੋ ਜੀ ਤੁਸੀਂ ਟਿੱਪਣੀ ਨਾ ਕੋਈ ਕਰੋ, ਦੇਖੋ ਤੇ ਅੱਜ ਅਸਤੀਫਾ ਦੇ ਦਿੱਤਾ। ਹੁਣ ਡਾਕਟਰ ਜਿਹੜਾ ਇਹ ਸੀਤਾਰਮਈਆ ਇਹਨੇ ਇੱਕ ਕਿਤਾਬ ਲਿਖੀ ਹੈ, ਕਦੀ ਜਿਹਦੇ ਉੱਤੇ ਕੁਝ ਹਿੰਦੂ ਦੇਵੀ ਦੇਵਤਿਆਂ ਦੇ ਉੱਤੇ ਤੇ ਕੁਝ ਹਿੰਦੂ ਟਿੱਪਣੀਆਂ ਕੀਤੀਆਂ ਜੀ ਜੀ। ਇੱਕ ਡਿਬੇਟ ਦੇ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਉੱਤੇ ਟਿੱਪਣੀ ਕੀਤੀ ਜਾਂਦੀ ਸੀ, ਉਹਦੇ ਵਿੱਚ ਉਹਨਾਂ ਨੇ ਟਿੱਪਣੀ ਦਾ ਹਵਾਲਾ ਦਿੱਤਾ ਡਾਕਟਰ ਰਵੀ ਕਾਂਤ ਨੇ। ਬੇਸਿਕਲੀ ਜਿਹੜੇ ਪ੍ਰੋਫੈਸਰ ਰਵੀ ਕਾਂਤ ਉਹ ਦਲਿਤ ਭਾਈਚਾਰੇ ਨਾਲ ਸੰਬੰਧਿਤ। ਅੱਛਾ ਜੀ,
ਦਲਿਤਾਂ ਤੇ ਤਾਂ ਵੈਸੇ ਹੀ ਅਤਿਆਚਾਰ ਬਹੁਤ ਹੋ ਰਿਹਾ। ਹਾਂਜੀ ਹਾਂਜੀ, ਦਲਿਤ ਭਾਈ ਸਮਝੋ ਉਹਨਾਂ ਨੇ ਉਹ ਟਿੱਪਣੀ ਸੱਤਿਆ ਹਿੰਦੀ ਤੇ ਇੱਕ ਡਿਬੇਟ ਦੇ ਵਿੱਚ ਟਿੱਪਣੀ ਕੀਤੀ ਸੀ ਕਿ ਵਿਸ਼ਵਨਾਥ ਮੰਦਿਰ ਹੈ ਜੀ। ਕਾਸ਼ੀ ਵਿਸ਼ਵਨਾਥ, ਹੂੰ। ਉਹਦੇ ਟਿੱਪਣੀ ਕੀਤੀ ਸੀ, ਕਹਿੰਦੇ ਜੀ ਮੈਂ ਨਹੀਂ ਕਹਿ ਰਿਹਾ ਇਸ ਕਿਤਾਬ ਤੇ ਗੱਲ ਕੀ ਹੈ, ਸੱਚੀ ਹੈ ਝੂਠੀ ਹੈ, ਇਹ ਸਾਡੇ ਇਤਿਹਾਸਕਾਰ ਫੈਸਲਾ ਕਰਨਗੇ ਜੀ। ਉਸ ਟਿੱਪਣੀ ਨੂੰ ਲੈ ਕੇ ABP ਵਾਲੇ ਜਿਹੜੇ ਉਹ ਬੇਸਿਕਲੀ ਹੈ ਵੀ ਹਿੰਦੀ ਦੇ ਸਾਹਿਤਕਾਰ, ਹੂੰ। ਹਿੰਦੀ ਦੇ ਸਾਹਿਤਕਾਰ ਨੇ, ਵਿਦਵਾਨ ਨੇ, ਕਈ ਕਿਤਾਬਾਂ ਲਿਖੀਆਂ ਉਹਨਾਂ ਨੇ। ਉਹਨਾਂ ਦੇ ਦਫ਼ਤਰ ਦੇ ਬਾਹਰ ਜਾ ਕੇ ABP ਕੋਲ ਗੁੰਡਾਗਰਦੀ ਕੀਤੀ ਤੇ ਉਹਨੂੰ ਇਹ ਵੀ ਕਿਹਾ ਦੇਸ਼ ਕੋ ਗਦਾਰੋਂ ਕੋ ਗੋਲੀ ਮਾਰੋ ਇਨਸਾਨੋ। ਇਹਨਾਂ ਨੇ ਤਾਂ ਲਾਇਸੈਂਸ ਲਿਆ ਹੋਇਆ ਨਾ ਜੀ ਇਸ ਕੰਮ ਦਾ ਵੀ। ਲਾਇਸੈਂਸ ਲਿਆ। ਹੂੰ। ਇੱਕ ਤਾਂ ਰਵੀ ਕਾਂਤ ਦੇ ਖਿਲਾਫ ਉਹਨਾਂ ਜਾ ਕੇ ਉੱਥੇ ਟਿੱਪਣੀਆਂ ਵੱਧ ਘੱਟ ਕੀਤੀਆਂ, ਜੀ। ਉਹਨੂੰ ਗਾਲਾਂ ਕੱਢੀਆਂ। ਹੂੰ। ਫਿਰ ਬਾਕੀ ਪ੍ਰੋਫੈਸਰਾਂ ਨੂੰ ਇੱਕ ਕਮਰੇ 'ਚ ਬੰਦ ਕਰਤਾ ਤੇ ਬਚਾਇਆ ਵੀ ਤੁਹਾਡਾ ਕਿਤੇ ਸਰੀਰ ਤੋਂ ਉੱਤੇ ਨੁਕਸਾਨ ਨਾ ਕਰ ਦੇਣ। ਹੂੰ। ਚਲੋ ਹੁਣ ABP ਵਾਲਿਆਂ ਨਾਲੇ ਗਾਲਾਂ ਕੱਢੀਆਂ, ਜੀ। ਨਾਲੇ ਗੁੰਡਾਗਰਦੀ ਯੂਨੀਵਰਸਿਟੀ 'ਚ ਕੀਤੀ ਦੱਸੋ। ਤੇ ਨਾਲੇ ਡਾਕਟਰ ਪ੍ਰੋਫੈਸਰ ਰਵੀ ਕਾਂਤ ਦੇ ਖਿਲਾਫ FI ਲੌਂਚ ਕਰਾ। ਦੱਸੋ, ਸਿੱਖਿਆ ਦੇ ਮੰਦਿਰ ਦੇ ਵਿੱਚ ਇੰਨਾ ਕੁਛ। ਬਿਲਕੁਲ, ਪੂਰਾ ਜਿਹੜੀ ਧੱਕਾ। ਸਾਡੀ ਹੈਗੀ, ਹਾਂਜੀ ਹਾਂਜੀ, ਜਿਹੜੀ ਸਾਡੀ ਹੈਗੀ ਆ ਪੁਲਿਸ, ਹੂੰ। ਉਹਨਾਂ ਦੇ ਉਸ ਕਲਮ ਦੇ ਸਿਪਾਹੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ, ਅੱਛਾ ਜੀ। ਲੇਕਿਨ ਜਿਹੜੀ ਉਹਦੀ ਦਰਖਾਸਤ ਆਈ ਉਹਦੇ ਤੇ ਕੁਝ ਨਹੀਂ ਕੀਤਾ। ਹੂੰ। ਹੁਣ ਇਹ ਪੂਰਾ ਰੌਲਾ ਪੈਣ ਡਿਆ, ਪੂਰੇ ਦੇਸ਼ ਦੇ ਵਿੱਚ ਪੈਣ ਡਿਆ ਵੀ ਵੇਖੋ ਜੀ ਤੁਸੀਂ ਇਹ ਗਲਤ ਕਰ ਰਹੇ ਹੋ। ਹੂੰ। ਤੇ ਜੇ ਗਲਤ ਕਰ ਰਿਹਾ ਤੇ ਫਿਰ ਵਾਕਿਆ ਹੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹ ਕਹਿੰਦੇ ਜੇ ਮਾਫੀ ਤੈ ਮੰਗੇ, ਤੱਕ ਜਾਣਾ ਚਾਹੀਦਾ ਜੀ। ਉਹ ਕਹਿੰਦੇ ਮਾਫੀ ਮੰਗੇ ਤੇ ਯੂਨੀਵਰਸਿਟੀ ਨੂੰ ਸਸਪੈਂਡ ਕਰੇ। ਹੂੰ। ਉਹਨੇ ਤੇ ਪਹਿਲੇ ਕਹਿਤਾ ਜਦੋਂ ਤੁਸੀਂ ਰਾਤ ਪਾਉਂਦੇ ਜੀ ਭਾਈ ਸਾਹਿਬ ਜੇ ਤੁਹਾਡੀ ਮੇਰੇ ਕਹਿਣ ਨੂੰ ਕੋਈ ਭਾਵਨਾ ਨੂੰ ਠੀਕ ਕਰੀ ਤੇ ਖੁਦ ਮੈਂ ਮਾਫੀ ਮੰਗ ਚਾਹੁੰਦਾ ਇਸ ਗੱਲ ਦੀ। ਮੈਂ ਆਪਣੇ ਕੋਲ ਕੁਝ ਕਿਹਾ ਹੀ ਨਹੀਂ ਜੀ। ਮੈਂ ਤਾਂ ਕਿਤਾਬ ਦਾ ਹਵਾਲਾ ਦਿੱਤਾ, ਜਾਂ ਮੈਂ ਆਪਣੇ ਕੋਲ ਕਿਹਾ ਤਾਂ ਜ਼ਬਰਦਸਤੀ ਕਰੋ ਤੁਸੀਂ। ਹੂੰ। ਉਹਨੇ ਮਾਫੀ ਵੀ ਮੰਗ ਲਈ ਲੇਕਿਨ ਫਿਰ ਵੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਾ ਦਿੱਤਾ। ਹੁਣ ਸਰਕਾਰ ਵੇਖੋ ਤੇ ਕੀ ਕਰਦੀ। ਸਰਕਾਰ ਤੁਹਾਨੂੰ ਪਤਾ ਉਹਨਾਂ ਦੀ ਆਪਣੀ ਆਪਣੀ ਸਰਕਾਰ ਹੈ ਜੀ, ਜਿਵੇਂ ਮਰਜ਼ੀ ਕਰ ਲਓ। ਉੱਥੇ ਤਾਂ ਉਹਨਾਂ ਵੀ ਕਹਿਤਾ ਜਿਹੜੇ ਮਦਰਸੇ ਉੱਥੇ ਜਨਗਣਮਨ ਗਾਇਆ ਜਾਊਗਾ ਸਵੇਰੇ ਸ਼ਾਮ। ਹੂੰ। ਇਸ ਕਰਕੇ ਮੇਰਾ ਕਹਿਣ ਤੋਂ ਭਾਵੇਂ ਆ ਜੀ। ਕਿ ਉਹ ਪ੍ਰੋਫੈਸਰ ਰਵੀ ਕਾਂਤ ਜਿਹੜੇ ਇਹੋ ਜਿਹੇ ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਤੁਸੀਂ ਇਸ ਤਰੀਕੇ ਨਾਲ ਦਬਾਓਗੇ ਤੇ ਫਿਰ ਕਿਉਂ ਰਹਿਣਗੇ ਇੰਡੀਆ ਦੇ ਵਿੱਚ? ਨਾ ਜੀ ਨਾ। ਇੰਡੀਆ ਦਾ ਪਹਿਲਾਂ ਦੇਖੋ ਬ੍ਰੇਨ ਡਰੇਨ ਤਾਂ ਬੱਚਿਆਂ ਦਾ ਪਹਿਲਾਂ ਹੋ ਰਿਹਾ ਕੀਤਾ। ਤੁਸੀਂ ਜਿਹੜੇ ਸਾਡੇ ਕੀ ਕਹਿੰਦੇ ਬੁੱਧੀਜੀਵੀ ਵਰਗ ਹੈ, ਇੰਟੈਕਚੁਅਲਸ ਨੇ, ਉਹਨਾਂ ਦੇ ਨਾਲ ਤੁਸੀਂ ਬਾਹਾਂ ਮਰੋੜੀ ਜਾਂਦੇ, ਉਹਨਾਂ ਦੀ ਬੇਇੱਜ਼ਤੀ ਕਰੀ ਜਾਂਦੇ, ਉਹਨਾਂ ਦੀ ਹੱਦ ਤੱਕ ਕਰੀ ਜਾਂਦੇ, ਤੇ ਫਿਰ ਉਹ ਇੰਨਾ ਕਿੰਨੇ ਕੁ ਦੇਰ ਸਿਕਿਉਰ ਫੀਲ ਕਰਨਗੇ ਉਹ ਇੰਡੀਆ ਦੇ ਵਿੱਚ? ਤੇ ਇਹਨਾਂ ਦਾ ਜਿਹੜਾ ਦਲਿਤ ਰਾਜਨੀਤੀ ਤੇ ਬੜਾ ਕੰਟਰੀਬਿਊਸ਼ਨ ਹੈ ਰਵੀ ਕਾਂਤ ਹੋਰਾਂ ਦੀ ਜੀ। ਇਹਨਾਂ ਦੇ ਪਿੱਛੇ ਜੇ ਵੀ ਜੋ ਗੱਲਾਂ ਕਹੀਆਂ ਸੀ ਆਪਣੇ ਕੁਝ TV ਚੈਨਲ ਦੱਸ ਕੇ ਲਗਭਗ ਸੱਚ ਰਹੀਆਂ ਸੀ। ਇਸ ਕਰਕੇ ਮੇਰਾ ਮਤਲਬ ਇਹੋ ਜਿਹੇ ਵਿਦਵਾਨ ਬੰਦੇ, ਪਹਿਲੀ ਗੱਲ ਜੇ ਤੁਸੀਂ ਜੇ ਉਹਨੇ ਗਲਤੀ ਕੀਤੀ ਸਮਾਧਨ ਕਰ ਲਓ, ਉਹਨਾਂ ਗੱਲ ਕਰ ਲਓ ਬਹਿ ਕੇ ਵੀ ਤੁਹਾਡੇ ਦਾ ਫੈਸਲਾ ਗੱਲ ਕਰਨੀ ਅਸੀਂ ਇਹ ਗੱਲ ਹੈਗੀ ਹੈ। ਉਹਦੇ ਕੋਲ ਸਪਸ਼ਟੀਕਰਨ ਲੈ ਲਓ, ਜੋ ਗਲਤ ਹੈ ਤਾਂ ਮਾਫੀ ਮੰਗ ਲੈ ਵੀ ਤੂੰ ਜੇ ਤੁਸੀਂ ਮੈਨੂੰ ਕਹਿੰਦੇ ਮੈਂ ਗਲਤ ਮੈਂ ਮਾਫੀ ਮੰਗਦਾ ਮੈਂ। ਫਿਰ ਇਹੋ ਜਿਹੇ ਕੰਮ ਨਹੀਂ ਹੋਣੇ ਚਾਹੀਦੇ ਜੀ। ਸੋ ਸ਼ੁਕਰੀਆ ਪੱਟੀ ਸਾਹਿਬ, ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਧੰਨਵਾਦ। ਸੋ ਪ੍ਰੋਗਰਾਮ ਸਮਾਧਾਨ ਦੇ ਵਿੱਚ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਇਹਦੀ ਖਾਸੀਅਤ ਜਿਹੜੀ ਮੈਂ ਡਾਕਟਰ ਸ਼ਿਖਾ ਹੋਰਾਂ ਦੀ ਤੁਹਾਨੂੰ ਮੈਂ ਅੱਗੇ ਜਾ ਕੇ ਗੱਲਬਾਤ ਵੀ ਕਰਾਂਗੇ। ਬੱਚਿਆਂ ਨੂੰ ਕਹਿੰਦੇ ਖਾਸ ਕਰਕੇ ਬੱਚਿਆਂ ਨੂੰ ਵੀ ਅੱਖਾਂ ਦਾ ਕੈਂਸਰ ਹੋ ਰਿਹਾ। ਐਸੀ ਗੱਲ ਕੈਂਸਰ ਦੀ ਡਾਕਟਰ ਸ਼ਿੰਦਰ ਕੌਰ ਹੋਰਾਂ ਨਾਲ ਬੜੇ ਵਾਰੀ ਗੱਲਬਾਤ ਕੀਤੀ ਹੈ, ਤਾਂ ਬਿਲਕੁਲ ਮੇਰੇ ਨਾਲ ਸਟੂਡੀਓ 'ਚ ਬੈਠੇ ਬੈਠੇ ਹੀ ਇਹਨਾਂ ਨੇ ਮੈਨੂੰ ਇੱਕ ਨੋਟ ਦਿੱਤਾ ਤੇ ਮੈਂ ਹੈਰਾਨ ਨਹੀਂ ਮੈਨੂੰ ਹੋਈ ਕਿ ਕਹਿੰਦੇ ਵੀ ਜਿਹੜਾ ਇਹ ਕੈਂਸਰ ਅੱਖਾਂ ਦਾ ਉਹ ਕੋਈ 15,000 ਤੋਂ 18,000 ਦੇ ਬੱਚਿਆਂ ਦੇ ਵਿੱਚ ਜਿਹੜਾ ਪਾਇਆ ਗਿਆ। ਸੋ ਇਹ ਕਿਹੜੀ ਉਮਰ 'ਚ ਹੁੰਦਾ ਹੈ, ਕੀ ਹੁੰਦਾ ਹੈ? ਤੁਸੀਂ ਵੀ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸਾਂਝੀਆਂ ਕਰ ਸਕਦੇ ਹੋ। ਫੋਨ ਨੰਬਰ 9216410666। ਇੰਡੀਆ ਤੋਂ ਬਾਹਰੋਂ ਕਾਲ ਕਰਨ ਵਾਲੇ +91 ਇੰਡੀਆ ਦਾ ਕੋਡ ਪਲੀਜ਼ ਜ਼ਰੂਰ ਲਾ ਲੈਣਾ, ਤੇ ਦੂਜਾ ਨੰਬਰ ਹੈ 98 149 10 666। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ